ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਸੱਭਿਆਚਾਰ ਦੇ ਮਾਪਦੰਡ ਜਾਂ ਇਸ ਨੂੰ ਡਾਇਮੈਂਸ਼ਨਸ ਆਫ ਕਲਚਰ ਕਹਾਂਗੇ। ਸੋ ਸੱਭਿਆਚਾਰ ਤੇ ਤੋਂ ਸ਼ੁਰੂਆਤ ਕਰਾਂਗੇ। ਪਸ਼ੂਆਂ ਤੇ ਮਨੁੱਖ ਦੇ ਵਿੱਚ ਸਭ ਤੋਂ ਮਹੱਤਵਪੂਰਨ ਵਖਰੇਵਾਪਨ ਜਾਂ ਵੱਖਰੇਪਨ ਦਾ ਜੋ ਇੱਕ ਨਤੀਜਾ ਨਿਕਲ ਕੇ ਆਉਂਦਾ ਹੈ ਜਾਂ ਇੱਕ ਚੀਜ਼ ਹੈ ਉਹ ਹੈ ਸੰਸਕ੍ਰਿਤੀ, ਜੋ ਇੱਕ ਮਨੁੱਖ ਦੇ ਕੋਲ ਹੈ ਪਰ ਇੱਕ ਪਸ਼ੂ ਜਾਂ ਜਾਨਵਰ ਦੇ ਕੋਲ ਨਹੀਂ ਹੈ। ਸੰਸਕ੍ਰਿਤੀ ਮਨੁੱਖ ਦੀਆਂ ਅੰਤਰ ਕਿਰਿਆਵਾਂ ਦਾ ਹੀ ਉਹ ਨਤੀਜਾ ਹੈ। ਜਦੋਂ ਸਮਾਜ ਦੇ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਵਿਚਰਦਾ ਹੈ ਤਦ ਉਹ ਅੰਤਰ ਕਿਰਿਆਵਾਂ ਕਰਦਾ ਹੈ ਅਤੇ ਸੰਸਕ੍ਰਿਤੀ ਮਨੁੱਖ ਦੀਆਂ ਅੰਤਰ ਕਿਰਿਆਵਾਂ ਦਾ ਹੀ ਉਹ ਨਤੀਜਾ ਹੈ ਅਤੇ ਹਰ ਇੱਕ ਜਗ੍ਹਾ ਪਾਈ ਜਾਂਦੀ ਹੈ। ਜਿੱਥੇ ਵੀ ਦੇਖਾਂਗੇ ਉੱਥੇ ਸੰਸਕ੍ਰਿਤੀ ਪਾਈ ਜਾਏਗੀ, ਕਿਉਂਕਿ ਸੰਸਕ੍ਰਿਤੀ ਅਤੇ ਮਨੁੱਖ ਦਾ ਬਹੁਤ ਡੂੰਘਾ ਜਾਂ ਗੂੜਾ ਸੰਬੰਧ ਹੈ। ਜਿੱਥੇ ਕਿਤੇ ਵੀ ਸਮੂਹ ਅਤੇ ਮਨੁੱਖ ਮਿਲੇਗਾ ਉੱਥੇ ਅੰਤਰ ਕਿਰਿਆਵਾਂ ਹੋਣਗੀਆਂ ਅਤੇ ਇੱਕ ਮਨੁੱਖ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਹੀ ਕੰਮ ਕਰੇਗਾ। ਇਸ ਅੰਤਰ ਕਿਰਿਆਵਾਂ ਦੇ ਫਲਸਰੂਪ ਉਹ ਇੱਕ ਦੂਜੇ ਦੇ ਵਿਚਾਰਾਂ ਜਾਂ ਇੱਕ ਦੂਜੇ ਦੇ ਆਪਣੇ ਵਿਚਾਰਾਂ, ਭਾਵਨਾਵਾਂ, ਕਾਢਾਂ ਆਦਿ ਬਾਰੇ ਦੱਸਦੇ ਹਨ ਅਤੇ ਇਹ ਦੱਸਿਆ ਜਾਂਦਾ ਹੈ ਕਿ ਇੱਕ ਮਨੁੱਖ ਜਦੋਂ ਉਹ ਜੀਵਨ ਦੇ ਵਿੱਚ ਸਮਾਜ ਦੇ ਵਿੱਚ ਵਿਚਰਦਾ ਹੈ ਤਦੋਂ ਉਹ ਵੱਖੋ ਵੱਖਰੇ ਪ੍ਰਯੋਗ ਕਰਦਾ ਹੈ, ਤਦੋਂ ਉਹ ਸਮਾਜ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦਾ ਹੈ ਅਤੇ ਕਈ ਤਰ੍ਹਾਂ ਦੇ ਅੰਤਰ ਕਿਰਿਆਵਾਂ ਕਰਦਾ ਹੈ ਅਤੇ ਸੰਸਕ੍ਰਿਤੀ ਦਾ ਹੀ ਸਹਾਰਾ ਲੈਂਦਾ ਹੈ। ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸੱਭਿਆਚਾਰ ਦਾ ਨਾਮ ਵੀ ਦਿੱਤਾ ਜਾਂਦਾ ਹੈ, ਜੋ ਇੱਕ ਮਨੁੱਖ ਦੇ ਕੋਲ ਹੈ, ਕਿਉਂਕਿ ਕੁਦਰਤ ਨੇ ਹੀ ਇੱਕ ਮਨੁੱਖ ਨੂੰ ਵਰਦਾਨ ਦਿੱਤਾ ਹੈ ਕਿ ਉਹ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖੇਗਾ ਅਤੇ ਉਹ ਆਪਣੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਇਹ ਚੀਜ਼ ਸੌਂਪੇਗਾ, ਜਿਸ ਨੂੰ ਹਸਤਾਂਤਰਣ ਦਾ ਨਾਮ ਦਿੱਤਾ ਜਾਂਦਾ ਹੈ। ਸੋ ਜਦ ਤੋਂ ਮਨੁੱਖ ਇਕੱਠੇ ਮਿਲ ਕੇ ਇੱਕ ਦੂਜੇ ਨਾਲ ਰਹਿ ਰਹੇ ਹਨ ਤਦ ਹੀ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ, ਕਿਉਂਕਿ ਜਦੋਂ ਇੱਕ ਵਿਅਕਤੀ ਜਾਂ ਮਨੁੱਖ ਦੂਸਰੇ ਮਨੁੱਖ ਦੇ ਨਾਲ ਇਕੱਠਾ ਮਿਲ ਕੇ ਨਹੀਂ ਰਹੇਗਾ ਤਦੋਂ ਇਹ ਸੰਸਕ੍ਰਿਤੀ ਵੀ ਸਮਾਜ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਅਤੇ ਸਮਾਜ ਵੀ ਆਪ ਨਹੀਂ ਵਿਚਰ ਸਕੇਗਾ। ਸੋ ਸਮਾਜ ਨੂੰ ਬਣਾਉਣ ਦੇ ਲਈ ਜਾਂ ਸਮਾਜ ਦਾ ਨਿਰਮਾਣ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਇੱਕ ਮਨੁੱਖ ਦੂਸਰੇ ਮਨੁੱਖ ਦੇ ਨਾਲ ਵਾਤਾਵਰਣ ਦੇ ਵਿੱਚ ਰਹਿ ਕੇ ਸਮਾਜ ਦਾ ਹਿੱਸਾ ਬਣ ਕੇ ਅੰਤਰ ਕਿਰਿਆਵਾਂ ਕਰੇ, ਜਿਸ ਦੇ ਨਾਲ ਉਹ ਇੱਕ ਸ੍ਰੇਸ਼ਟ ਸਮਾਜ ਦਾ ਉਦਾਨ ਕਰਦੇ ਹਨ, ਇੱਕ ਸ੍ਰੇਸ਼ਟ ਸਮਾਜ ਦਾ ਵਿਕਾਸ ਕਰਦੇ ਹਨ ਅਤੇ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਹੀ, ਸੱਭਿਆਚਾਰ ਦੇ ਵਿੱਚ ਰਹਿ ਕੇ ਹੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਸੋ ਇੱਥੇ ਇਹ ਦੇਖਣ ਨੂੰ ਮਿਲਦਾ ਹੈ ਕਿ ਇਹ ਸੰਸਕ੍ਰਿਤੀ ਹਮੇਸ਼ਾ ਜਿਉਂਦੀ ਰਹਿੰਦੀ ਹੈ, ਚਾਹੇ ਵਿਅਕਤੀ ਮਰ ਜਾਂਦਾ ਹੈ ਜਾਂ ਵਿਅਕਤੀ ਦਾ ਕਦੇ ਜਨਮ ਹੁੰਦਾ ਹੈ, ਕਦੋਂ ਕਦੇ ਉਹ ਮਰ ਜਾਂਦਾ ਹੈ, ਕਿਉਂਕਿ ਸੰਸਕ੍ਰਿਤੀ ਨੂੰ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਨ ਕੀਤਾ ਜਾਂਦਾ ਹੈ ਅਤੇ ਇਹ ਮਨੁੱਖ ਹੀ ਹੈ ਜੋ ਇਸ ਸੰਸਕ੍ਰਿਤੀ ਨੂੰ ਹਸਤਾਂਤਰਨ ਕਰਦਾ ਹੈ। ਇਸ ਕਰਕੇ ਸੱਭਿਆਚਾਰ ਜਾਂ ਸੰਸਕ੍ਰਿਤੀ ਕਦੇ ਵੀ ਨਹੀਂ ਮਰਦੀ। ਇੱਕ ਮਨੁੱਖ ਤਾਂ ਭਾਵੇਂ ਮਰ ਜਾਂਦਾ ਹੈ ਪਰ ਸੰਸਕ੍ਰਿਤੀ ਹਮੇਸ਼ਾ ਜਿਉਂਦੀ ਰਹਿੰਦੀ ਹੈ, ਕਿਉਂਕਿ ਵਿਅਕਤੀ ਸੰਸਕ੍ਰਿਤੀ ਦਾ ਹਿੱਸਾ ਬਣੇ ਹੋਏ ਹੁੰਦੇ ਹਨ ਅਤੇ ਇਸ ਸੰਸਕ੍ਰਿਤੀ ਦਾ ਹਿੱਸਾ ਬਣ ਕੇ ਮਨੁੱਖ ਆਪਸ ਦੇ ਵਿੱਚ ਅੰਤਰ ਕਿਰਿਆਵਾਂ ਕਰਦੇ ਹਨ ਅਤੇ ਸਮਾਜ ਦੇ ਵਿੱਚ ਸਮਾਜ ਨੂੰ ਅੱਗੇ ਲੈ ਕੇ ਚੱਲਦੇ ਹਨ ਅਤੇ ਸਮਾਜ ਦਾ ਵਿਕਾਸ ਕਰਦੇ ਹਨ। ਇਸ ਤਰ੍ਹਾਂ ਇਸ ਚਰਚਾ ਦੇ ਆਧਾਰ ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਰਹਿਣ ਸਹਿਣ ਦੇ ਤਰੀਕੇ, ਫਿਲਾਸਫੀ, ਭਾਵਨਾਵਾਂ, ਵਿਅਕਤੀਆਂ ਦੇ ਵਿਚਾਰ, ਕੋਈ ਮਸ਼ੀਨ ਜਾਂ ਤਕਨੀਕ ਹੋ ਗਈ, ਸੰਦ, ਇਹ ਸਭ ਕੁਝ ਭੌਤਿਕ ਅਤੇ ਅਭੌਤਿਕ ਵਸਤੂਆਂ ਕਹਿਲਾਉਂਦੀਆਂ ਹਨ, ਜੋ ਸੰਸਕ੍ਰਿਤੀ ਦੇ ਦੋ ਹਿੱਸੇ ਵੀ ਹਨ ਜਾਂ ਸੰਸਕ੍ਰਿਤੀ ਦੀਆਂ ਦੋ ਕਿਸਮਾਂ ਵੀ ਹਨ, ਭੌਤਿਕ ਅਤੇ ਅਭੌਤਿਕ ਸੰਸਕ੍ਰਿਤੀ। ਸੋ ਇਹ ਸਾਰੀਆਂ ਚੀਜ਼ਾਂ ਸਮੂਹ ਦੁਆਰਾ ਹੀ ਪੈਦਾ ਕੀਤੀਆਂ ਅਤੇ ਵਰਤੀਆਂ ਜਾਂਦੀਆਂ। ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਸਮੂਹ ਨੂੰ ਦੂਜੇ ਸਮੂਹ ਤੋਂ ਵੀ ਵੱਖ ਰੱਖਦੀ ਹੈ ਅਤੇ ਇੱਕ ਮਨੁੱਖ ਨੂੰ ਇੱਕ ਪਸ਼ੂ ਜਾਂ ਜਾਨਵਰ ਤੋਂ ਵੀ ਅਲੱਗ ਰੱਖਦੀ ਹੈ। ਇਸ ਤਰ੍ਹਾਂ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਇੱਕ ਅਜਿਹੀ ਚੀਜ਼ ਹੈ ਜਿਸ ਉੱਪਰ ਅਸੀਂ ਕੰਮ ਕਰਦੇ ਹਾਂ, ਵਿਚਾਰ ਕਰਦੇ ਹਾਂ ਅਤੇ ਇਸ ਨੂੰ ਆਪਣੇ ਕੋਲ ਰੱਖਦੇ ਹਾਂ। ਇੱਕ ਮਨੁੱਖ ਨੂੰ ਕੁਦਰਤ ਤੋਂ ਇਹ ਵਰਦਾਨ ਮਿਲਿਆ ਹੋਇਆ ਹੈ ਕਿ ਉਹ ਸੰਸਕ੍ਰਿਤੀ ਦੇ ਵਿੱਚ ਰਹੇਗਾ, ਸੰਸਕ੍ਰਿਤੀ ਦੇ ਉੱਤੇ ਕੰਮ ਕਰੇਗਾ ਅਤੇ ਸੰਸਕ੍ਰਿਤੀ ਨੂੰ ਆਪਣੇ ਕੋਲ ਸੰਭਾਲ ਕੇ ਰੱਖੇਗਾ, ਜਿਸ ਦੇ ਨਾਲ ਸਮਾਜ ਦਾ ਨਿਰਮਾਣ ਹੁੰਦਾ ਹੈ ਅਤੇ ਸਮਾਜ ਦੇ ਵਿੱਚ ਲੋਕ ਇੱਕ ਦੂਸਰੇ ਨਾਲ ਮਿਲ ਕੇ ਵਿਚਰਦੇ ਹਨ ਜਾਂ ਸਮਾਜ ਨੂੰ ਅੱਗੇ ਲੈ ਕੇ ਚੱਲਦੇ ਹਨ। ਸੰਸਕ੍ਰਿਤੀ ਜਿਸ ਦੇ ਵਿੱਚ ਕਲਾ, ਕਾਨੂੰਨ, ਭਾਵਨਾਵਾਂ, ਰੀਤੀ ਰਿਵਾਜ, ਪਰੰਪਰਾਵਾਂ, ਪਹਿਰਾਵਾ, ਭਾਸ਼ਾ, ਖਾਣ ਪੀਣ ਦਾ ਢੰਗ, ਸਾਹਿਤ, ਇਹ ਸਭ ਕੁਝ ਮੌਜੂਦ ਹੈ। ਇਸ ਤੋਂ ਇਲਾਵਾ ਗਿਆਨ, ਵਿਸ਼ਵਾਸ, ਤਿਉਹਾਰ, ਰਹਿਣ ਸਹਿਣ ਦੇ ਢੰਗ, ਭਾਂਡੇ, ਗਹਿਣੇ, ਇਹ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਦੇ ਵਿੱਚ ਜਾਂ ਸੱਭਿਆਚਾਰ ਦੇ ਵਿੱਚ ਸ਼ਾਮਿਲ ਹਨ। ਸੋ ਸੱਭਿਆਚਾਰ ਦਾ ਜੋ
ਇੱਕ ਆਊਟਲਾਈਨ ਹੈ ਜਾਂ ਕਹਿ ਸਕਦੇ ਹਾਂ ਕਿ ਇੱਕ ਜੋ ਇਹਦਾ ਓਵਰਵਿਊ ਹੈ, ਇਹ ਬਹੁਤ ਹੀ ਵੱਡਾ ਹੈ। ਇਹਦਾ ਜੋ ਦਾਇਰਾ ਹੈ ਇਹ ਕਾਫੀ ਵੱਡਾ ਹੈ। ਭਾਵੇਂ ਲੋਕ ਪਿੰਡਾਂ ਦੇ ਵਸਨੀਕ ਹਨ, ਸ਼ਹਿਰਾਂ ਦੇ ਜਾਂ ਕਬਾਇਲੀ ਸਮਾਜ ਦੇ ਵਿੱਚ ਰਹਿੰਦੇ ਹਨ, ਹਰ ਇੱਕ ਵਿਅਕਤੀ ਇਸ ਸਮਾਜ ਦਾ ਹਿੱਸਾ ਹੈ ਅਤੇ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ। ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਨੂੰ ਹਰ ਇੱਕ ਚੀਜ਼ ਸਿਖਾਉਂਦੀ ਹੈ। ਇਹ ਇੱਕ ਸਿੱਖੀ ਹੋਈ ਪ੍ਰਕਿਰਿਆ ਹੈ। ਇੱਕ ਮਨੁੱਖ ਜਾਂ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਸਿੱਖਦਾ ਹੈ, ਜਿਵੇਂ ਕਿਸ ਢੰਗ ਨਾਲ ਉਸਨੇ ਦੂਸਰੇ ਲੋਕਾਂ ਨਾਲ ਗੱਲਬਾਤ ਕਰਨੀ ਹੈ, ਆਪਣੀਆਂ ਜ਼ਰੂਰਤਾਂ ਨੂੰ ਕਿਸ ਢੰਗ ਨਾਲ ਪੂਰਾ ਕਰਨਾ ਹੈ। ਸੋ ਜ਼ਰੂਰਤਾਂ ਸਭ ਤੋਂ ਪਹਿਲਾਂ ਤਾਂ ਮੁੱਢਲੀਆਂ ਲੋੜਾਂ, ਮੁੱਢਲੀਆਂ ਜ਼ਰੂਰਤਾਂ, ਜਿਸ ਦੇ ਵਿੱਚ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਬੇਸਿਕ ਨੀਡਸ ਆ ਜਾਣਗੀਆਂ। ਉਸ ਤੋਂ ਇਲਾਵਾ ਜਿਵੇਂ ਜਿਵੇਂ ਇੱਕ ਮਨੁੱਖ ਸਮਾਜ ਦੇ ਵਿੱਚ ਅੱਗੇ ਵੱਧਦਾ ਜਾਂਦਾ ਹੈ, ਨਵੀਆਂ ਲੋੜਾਂ ਵੀ ਉਤਪੰਨ ਹੁੰਦੀਆਂ ਰਹਿੰਦੀਆਂ ਹਨ। ਸੋ ਨਵੀਆਂ ਜ਼ਰੂਰਤਾਂ ਦੇ ਵਿੱਚ ਕਿਸ ਢੰਗ ਦੇ ਕੱਪੜੇ, ਕਿਸ ਢੰਗ ਦੇ ਜਗ੍ਹਾ ਦੇ ਉੱਤੇ ਰਹਿਣਾ ਜਾਂ ਕਿਵੇਂ ਦਾ ਖਾਣ ਪੀਣ ਹੋਣਾ ਚਾਹੀਦਾ ਹੈ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਕੁਛ ਇਹਦੇ ਵਿੱਚ ਬੇਲੋੜੀ ਜਾਂ ਲੋੜਾਂ ਵੀ ਆ ਜਾਂਦੀਆਂ ਹਨ ਜਿਸ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਇੱਕ ਮਨੁੱਖ ਉਹ ਸਾਰੀਆਂ ਚੀਜ਼ਾਂ ਨੂੰ ਪਾਉਣ ਲਈ ਸੰਘਰਸ਼ ਕਰਦਾ ਹੈ, ਸਮਾਜ ਦਾ ਹਿੱਸਾ ਬਣ ਕੇ ਸਮਾਜ ਦੇ ਵਿੱਚ ਤਰੱਕੀ ਕਰਦਾ ਹੈ, ਮਿਹਨਤ ਕਰਦਾ ਹੈ ਅਤੇ ਸਮਾਜ ਦੇ ਵਿੱਚ ਏਦਾਂ ਹੀ ਅੱਗੇ ਚੱਲਦਾ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਡਾਇਮੈਂਸ਼ਨਸ ਆਫ ਕਲਚਰ। ਸੋ ਜੋ ਕਲਚਰ ਦੇ ਡਾਇਮੈਂਸ਼ਨਸ ਹੈ ਜਾਂ ਫਿਰ ਇਹਦੇ ਜੋ ਪੱਖ ਹਨ ਸੰਸਕ੍ਰਿਤੀ ਦੇ, ਇਹ ਕਈ ਹਿੱਸਿਆਂ ਦੇ ਵਿੱਚ ਵੰਡੇ ਹੋਏ। ਸਭ ਤੋਂ ਪਹਿਲਾਂ ਤਾਂ ਕਲਚਰਲ ਟ੍ਰੇਟ, ਜਿਸ ਨੂੰ ਸੱਭਿਆਚਾਰਕ ਵਿਸ਼ੇਸ਼ਤਾ ਦਾ ਨਾਮ ਦਿੱਤਾ ਗਿਆ। ਸੋ ਇਹ ਵਿਸ਼ੇਸ਼ਤਾ ਆਖਿਰਕਾਰ ਹੈ ਕੀ? ਸੋ ਇਸ ਨੂੰ ਸੰਸਕ੍ਰਿਤੀ ਵਿਸ਼ੇਸ਼ਤਾ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਇਕਾਈ ਹੈ ਜਿਸ ਦਾ ਆਕਾਰ ਛੋਟਾ ਹੈ। ਸੋ ਸੱਭਿਆਚਾਰ ਦੀ ਜਾਂ ਸੰਸਕ੍ਰਿਤੀ ਦੀ ਸਭ ਤੋਂ ਛੋਟੀ ਇਕਾਈ ਹੀ ਸੰਸਕ੍ਰਿਤੀ ਵਿਸ਼ੇਸ਼ਤਾ ਹੈ। ਉਦਾਹਰਨ ਦੇ ਤੌਰ ਤੇ ਜੇ ਆਪਾਂ ਕਹਾਂਗੇ ਕਿ ਇੱਕ ਮਨੁੱਖ ਦਾ ਜੋ ਵਿਵਹਾਰ ਕਰਨ ਦਾ ਨਮੂਨਾ ਹੈ ਜਾਂ ਵਿਵਹਾਰ ਜਿਵੇਂ ਕਰ ਰਿਹਾ ਹੈ, ਉਹ ਇੱਕ ਛੋਟੀ ਇਕਾਈ ਹੈ, ਉਸਨੂੰ ਆਪਾਂ ਵਿਸ਼ੇਸ਼ਤਾ ਜਾਂ ਟ੍ਰੇਟ ਕਹਿ ਸਕਦੇ ਹਾਂ। ਸੋ ਇਹ ਇੱਕ ਅਜਿਹੀ ਛੋਟੀ ਇਕਾਈ ਹੈ ਜੋ ਸਮਾਜ ਦੇ ਵਿੱਚ ਇੱਕ ਵਿਅਕਤੀ ਜਦੋਂ ਦੇਖਦਾ ਹੈ, ਗੱਲਬਾਤ ਕਰਦਾ ਹੈ, ਤਦ ਉਹ ਚੀਜ਼ਾਂ ਨੂੰ ਆਬਜ਼ਰਵ ਕਰਦਾ ਹੈ। ਸੋ ਜੇਕਰ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ ਸੰਸਕ੍ਰਿਤੀ ਅਜਿਹਾ ਵਿਵਹਾਰ ਹੈ ਜਿਹੜਾ ਮਨੁੱਖ ਸਮਾਜ ਦੇ ਵਿੱਚ ਰਹਿ ਕੇ ਸਿੱਖਦਾ ਹੈ। ਜਦੋਂ ਇੱਕ ਪ੍ਰਾਣੀ ਸਮਾਜ ਦੇ ਵਿੱਚ ਰਹਿ ਕੇ ਦੂਸਰੇ ਵਿਅਕਤੀਆਂ ਨਾਲ ਵਿਚਰਦਾ ਹੈ ਜਾਂ ਕੁਝ ਨਾ ਕੁਝ ਸਿੱਖਦਾ ਹੈ, ਤਦ ਉਹ ਕੀ ਹੈ, ਉਹ ਕਲਚਰ ਦੇ ਅਧੀਨ ਜਾਂ ਸੰਸਕ੍ਰਿਤੀ ਦੇ ਅਧੀਨ ਹੀ ਆ ਜਾਂਦਾ ਹੈ ਅਤੇ ਇਹ ਸਿੱਖਿਆ ਹੋਇਆ ਵਿਵਹਾਰ ਉਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਹਸਤਾਂਤਰਨ ਕਰ ਦਿੰਦਾ ਹੈ। ਹਸਤਾਂਤਰਨ ਕਰਨ ਦਾ ਅਰਥ ਇੱਥੇ ਇਹ ਹੈ ਕਿ ਟਰਾਂਸਫਰ ਕਰ ਦਿੰਦਾ ਹੈ, ਟਰਾਂਸਮਿਟ ਕਰ ਦਿੰਦਾ ਹੈ। ਇੱਕ ਪੀੜ੍ਹੀ ਤੋਂ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਇਹ ਚੀਜ਼ਾਂ ਫਾਰਵਰਡ ਕੀਤੀਆਂ ਜਾਂਦੀਆਂ। ਸੰਸਕ੍ਰਿਤੀ ਵਿੱਚ ਹੀ ਵਿਅਕਤੀ ਦੀ ਜੀਵਨ ਸ਼ੈਲੀ ਛੁਪੀ ਹੋਈ ਹੁੰਦੀ ਹੈ। ਸੋ ਇੱਕ ਮਨੁੱਖ ਆਪਣੇ ਜੀਵਨ ਦੇ ਵਿੱਚ ਕੀ ਕਰਦਾ ਹੈ, ਕਿਸ ਢੰਗ ਨਾਲ ਉਹ ਕੰਮ ਕਰਦਾ ਹੈ, ਕਿਵੇਂ ਉਹ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਹੈ। ਉਦਾਹਰਨ ਦੇ ਤੌਰ ਤੇ ਜਨਮ ਦੇ ਸਮੇਂ ਉਹ ਪਰਿਵਾਰ ਦਾ ਹਿੱਸਾ ਬਣਦਾ ਹੈ, ਫਿਰ ਉਹ ਸਕੂਲ ਦਾ, ਆਪਣੇ ਖੇਡ ਸਮੂਹ ਦਾ ਹਿੱਸਾ ਬਣਦਾ ਹੈ, ਆਂਢ ਗੁਆਂਢ ਦਾ ਹਿੱਸਾ ਬਣਦਾ ਹੈ। ਉਸ ਤੋਂ ਬਾਅਦ ਉਹ ਕਿਸ ਢੰਗ ਦੇ ਨਾਲ ਵਿਆਹ ਦੀ ਸੰਸਥਾ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਇਸੇ ਢੰਗ ਨਾਲ ਕਈ ਸੰਸਥਾਵਾਂ ਜਿਵੇਂ ਨਾਤੇਦਾਰੀ ਹੈ, ਜਿਸ ਨੂੰ ਕਿਨਸ਼ਿਪ ਕਿਹਾ ਜਾਂਦਾ ਹੈ। ਸੋ ਉਹ ਸਾਰੀਆਂ ਸੰਸਥਾਵਾਂ ਦੇ ਵਿੱਚ ਇੱਕ ਮਨੁੱਖ ਪ੍ਰਵੇਸ਼ ਕਰਦਾ ਹੈ। ਸੋ ਏਦਾਂ ਵੱਖੋ ਵੱਖਰੇ ਸਮੂਹਾਂ ਦੇ ਵਿੱਚ ਪ੍ਰਵੇਸ਼ ਕਰਨਾ, ਸਮੂਹਾਂ ਦੇ ਵਿੱਚ ਅੰਤਰ ਕਿਰਿਆਵਾਂ ਕਰਨਾ ਅਤੇ ਇੱਕ ਮਨੁੱਖ ਸਮੂਹ ਦੇ ਵਿੱਚ ਕਿਸ ਢੰਗ ਦਾ ਵਿਵਹਾਰ ਕਰਦਾ ਹੈ, ਇਹ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਦੁਆਰਾ ਹੀ ਸਿਖਾਈਆਂ ਜਾਂਦੀਆਂ। ਸੋ ਸੰਸਕ੍ਰਿਤੀ ਵਿੱਚ ਹੀ ਵਿਅਕਤੀ ਦੀ ਜੀਵਨ ਸ਼ੈਲੀ ਛੁਪੀ ਹੋਈ ਹੁੰਦੀ ਹੈ। ਉਹਦਾ ਸਾਰਾ ਹੀ ਜੀਵਨ, ਜੋ ਵੀ ਉਹ ਅੰਤਰ ਕਿਰਿਆਵਾਂ ਕਰਦਾ ਹੈ, ਜੋ ਕੁਝ ਸਿੱਖਦਾ ਹੈ ਆਪਣੇ ਮਾਤਾ ਪਿਤਾ ਤੋਂ, ਆਪਣੇ ਆਂਢੀ ਗੁਆਂਢੀਆਂ ਤੋਂ, ਸਕੂਲ ਤੋਂ, ਕਾਲਜ ਜਾਂ ਯੂਨੀਵਰਸਿਟੀ ਤੋਂ, ਜਾਂ ਫਿਰ ਦੂਸਰੇ ਲੋਕਾਂ ਨੂੰ ਦੇਖ ਕੇ ਜੋ ਕੁਝ ਵੀ ਉਹ ਸਿੱਖਦਾ ਹੈ, ਆਬਜ਼ਰਵ ਕਰਦਾ ਹੈ, ਉਹ ਸਭ ਕੁਝ ਹੀ ਸੰਸਕ੍ਰਿਤੀ ਦਾ ਹਿੱਸਾ ਹੈ। ਇਸ ਕਰਕੇ ਸਾਰੀ ਹੀ ਜੀਵਨ ਸ਼ੈਲੀ ਛੁਪੀ ਹੋਈ, ਲੁਕੀ ਹੋਈ ਹੁੰਦੀ ਹੈ ਸੰਸਕ੍ਰਿਤੀ ਦੇ ਵਿੱਚ। ਜਿਸ ਤਰ੍ਹਾਂ ਜੀਵਨ ਸ਼ੈਲੀ ਦੇ ਕਈ ਪੱਖ ਹੁੰਦੇ ਹਨ, ਉਸੇ ਤਰ੍ਹਾਂ ਸੰਸਕ੍ਰਿਤੀ ਦੇ ਵੀ ਕਈ ਪੱਖ ਹੁੰਦੇ ਹਨ ਤੇ ਉਹਨਾਂ ਪੱਖਾਂ ਦੇ ਵਿੱਚੋਂ ਹੀ ਇਹ ਕਲਚਰਲ ਟ੍ਰੇਟ, ਜਿਸ ਨੂੰ ਸੰਸਕ੍ਰਿਤਿਕ ਵਿਸ਼ੇਸ਼ਤਾ ਕਿਹਾ ਜਾਂਦਾ ਹੈ, ਅੱਗੇ ਆਪਾਂ ਕਿਵੇਂ ਇਹਦੇ ਵਿੱਚ ਕਲਚਰਲ ਕੰਪਲੈਕਸ ਬਾਰੇ ਗੱਲ ਕਰਾਂਗੇ, ਜਿਸ ਨੂੰ ਸੰਸਕ੍ਰਿਤਿਕ ਸਮੂਹ ਤੇ ਅੱਗੇ ਸੰਸਕ੍ਰਿਤਿਕ ਨਮੂਨੇ ਵੀ ਇੱਕ ਤਰ੍ਹਾਂ ਦਾ ਪੱਖ ਹੈ। ਸੋ ਇਹ ਤਿੰਨ ਤਰ੍ਹਾਂ ਦੇ ਪੱਖ
ਦੇਖਣ ਨੂੰ ਮਿਲਦੇ ਹਨ ਸੰਸਕ੍ਰਿਤੀ ਦੇ, ਜਿਸ ਨੂੰ ਡਾਇਮੈਂਸ਼ਨਸ ਕਿਹਾ ਜਾਂਦਾ ਹੈ, ਮਾਪਦੰਡ ਵੀ ਕਿਹਾ ਜਾਂਦਾ ਹੈ। ਸੋ ਸੰਸਕ੍ਰਿਤਿਕ ਵਿਸ਼ੇਸ਼ਤਾ ਇਹ ਹੈ ਕਿ ਇਹ ਆਕਾਰ ਦੇ ਵਿੱਚ ਛੋਟੀ ਹੈ, ਸੋ ਅਸੀਂ ਗੁਣਾਂ ਨੂੰ ਅੱਗੇ ਨਹੀਂ ਵਧਾ ਸਕਦੇ ਕਿਉਂਕਿ ਇਹ ਪਹਿਲਾਂ ਹੀ ਆਕਾਰ ਦੇ ਵਿੱਚ ਛੋਟੇ ਹੁੰਦੇ ਹਨ। ਇੱਕ ਵਿਅਕਤੀ ਜੋ ਸਮਾਜ ਦੇ ਵਿੱਚ ਰਹਿ ਕੇ ਗੁਣ ਸਿੱਖਦਾ ਹੈ, ਉਦਾਹਰਨ ਦੇ ਤੌਰ ਤੇ ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਹੱਥ ਜੋੜ ਕੇ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹਿਣਾ, ਉਸ ਤੋਂ ਇਲਾਵਾ ਕਿਸੇ ਦੇ ਪੈਰ ਛੂਹਣਾ, ਕਿਸੇ ਨੂੰ ਆਦਰ ਦੇਣਾ, ਇਹ ਸਭ ਕੁਝ ਕੀ ਹੈ? ਸੰਸਕਾਰ ਹਨ, ਜਿਸ ਨੂੰ ਅੱਗੇ ਨਹੀਂ ਵੰਡਿਆ ਜਾ ਸਕਦਾ। ਇਹ ਸਾਰੇ ਗੁਣ ਹਨ। ਜਾਂ ਆਪਣੇ ਰਾਸ਼ਟਰੀ ਗੀਤ ਜਾਂ ਫਿਰ ਰਾਸ਼ਟਰੀ ਜੋ ਝੰਡਾ ਹੈ ਉਸ ਦੇ ਪ੍ਰਤੀ ਬੰਦਾ ਇੱਕ ਵਿਅਕਤੀ ਸਕਿਰਤ ਹੁੰਦਾ ਹੈ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਉਹ ਕੌਨਸ਼ੀਅਸ ਹੁੰਦਾ ਹੈ, ਉਸਨੂੰ ਪਤਾ ਹੈ ਕਿਵੇਂ ਆਦਰ ਦੇਣਾ ਹੈ, ਸਨਮਾਨ ਦੇਣਾ ਹੈ। ਸੋ ਉਹ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਦਾ ਟ੍ਰੇਟ ਹੈ, ਇੱਕ ਤਰ੍ਹਾਂ ਦੀ ਉਹ ਵਿਸ਼ੇਸ਼ਤਾ ਹੈ ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ। ਇਹ ਪਦਾਰਥਕ ਅਤੇ ਗੈਰ ਪਦਾਰਥਕ ਵੀ ਹੋ ਸਕਦੀ ਹੈ, ਜਿਸ ਨੂੰ ਮਟੀਰੀਅਲ ਅਤੇ ਨਾਨ ਮਟੀਰੀਅਲ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਕੋਈ ਛੋਟੀ ਚੀਜ਼ ਵੀ ਸ਼ਾਮਿਲ ਹੋ ਸਕਦੀ ਹੈ, ਕੋਈ ਆਬਜੈਕਟ ਵੀ ਸ਼ਾਮਿਲ ਹੋ ਸਕਦਾ ਹੈ, ਅਤੇ ਵਿਅਕਤੀਆਂ ਦੀਆਂ ਭਾਵਨਾਵਾਂ, ਉਹਨਾਂ ਦੇ ਵਿਸ਼ਵਾਸ, ਲੋਕ ਰੀਤਾਂ ਵੀ ਸ਼ਾਮਿਲ ਹੋ ਸਕਦੀਆਂ। ਸੋ ਕਲਚਰਲ ਟ੍ਰੇਟ ਜੋ ਹੈ, ਸੰਸਕ੍ਰਿਤਿਕ ਵਿਸ਼ੇਸ਼ਕ ਹੈ, ਉਹ ਮਟੀਰੀਅਲ ਫਾਰਮ ਦੇ ਵਿੱਚ ਵੀ ਹੋਏਗਾ। ਉਦਾਹਰਨ ਦੇ ਤੌਰ ਤੇ ਇੱਕ ਰੁਮਾਲ, ਇੱਕ ਬਾਲ, ਇੱਕ ਬੂਟ ਦਾ ਫੀਤਾ, ਜਾਂ ਫਿਰ ਇੱਕ ਪੈਨਸਿਲ ਜਾਂ ਰਬੜ ਜਾਂ ਸ਼ਾਰਪਨਰ, ਇਹ ਅਜਿਹੀਆਂ ਚੀਜ਼ਾਂ ਹਨ ਜਿਸ ਨੂੰ ਅੱਗੇ ਸ਼ੇਅਰ ਨਹੀਂ ਕੀਤਾ ਜਾ ਸਕਦਾ, ਜਾਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਛੋਟੀ ਇਕਾਈ ਹੈ ਜੋ ਇੱਕ ਮਟੀਰੀਅਲ ਫਾਰਮ ਦੇ ਵਿੱਚ ਹੈ, ਜੋ ਇੱਕ ਭੌਤਿਕ ਰੂਪ ਦੇ ਵਿੱਚ ਹੈ, ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ, ਇਸ ਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਨਹੀਂ ਡਿਵਾਈਡ ਕੀਤਾ ਜਾ ਸਕਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਮਟੀਰੀਅਲ ਕਲਚਰਲ ਟ੍ਰੇਟ ਦਾ ਨਾਮ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਗੈਰ ਪਦਾਰਥਕ ਜਾਂ ਗੈਰ ਮਟੀਰੀਅਲ ਜੋ ਸੰਸਕ੍ਰਿਤੀ ਹੈ, ਸੰਸਕ੍ਰਿਤਿਕ ਵਿਸ਼ੇਸ਼ਕ ਹੈ, ਵਿਸ਼ੇਸ਼ਤਾ ਹੈ, ਉਸ ਦੇ ਵਿੱਚ ਕਿਸੇ ਵਿਅਕਤੀ ਦਾ ਦੂਸਰੇ ਵਿਅਕਤੀ ਨਾਲ ਹੱਥ ਮਿਲਾਉਣਾ, ਖੱਬੇ ਪਾਸੇ ਗੱਡੀ ਚਲਾਉਣਾ, ਕਿਸੇ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ, ਭਾਵੇਂ ਉਹ ਗੁੱਸਾ ਹੈ ਜਾਂ ਪਿਆਰ ਹੈ, ਜਾਂ ਉਸ ਤੋਂ ਇਲਾਵਾ ਆਪਣੇ ਰਾਸ਼ਟਰੀ ਝੰਡੇ ਨੂੰ ਸਨਮਾਨ ਦੇਣਾ, ਸਲੂਟ ਕਰਨਾ, ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ। ਇਹ ਸਾਰੀਆਂ ਹੀ ਚੀਜ਼ਾਂ ਇੱਕ ਤਰ੍ਹਾਂ ਦੇ ਨਾਨ ਮਟੀਰੀਅਲ ਫਾਰਮ ਦੇ ਵਿੱਚ ਹੋਣਗੀਆਂ, ਗੈਰ ਪਦਾਰਥਕ ਚੀਜ਼ਾਂ ਹੋਣਗੀਆਂ ਜੋ ਸਿਰਫ ਮਹਿਸੂਸ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਹੱਥ ਨਾਲ ਛੂਹਿਆ ਨਹੀਂ ਜਾ ਸਕਦਾ, ਜਾਂ ਜਿਸ ਨੂੰ ਇੱਕ ਆਕਾਰ ਦੇ ਵਿੱਚ ਲੈ ਕੇ ਨਹੀਂ ਆਇਆ ਜਾ ਸਕਦਾ। ਸੋ ਜਿਸ ਨੂੰ ਆਪਾਂ ਸਿਰਫ ਫੀਲ ਕਰਾਂਗੇ, ਜਾਂ ਇੱਕ ਵਿਅਕਤੀ ਸਿਰਫ ਉਹ ਚੀਜ਼ਾਂ ਨੂੰ ਮਹਿਸੂਸ ਕਰੇਗਾ। ਸੋ ਸਭ ਤੋਂ ਛੋਟੀ ਇਕਾਈ ਕੀ ਹੈ? ਸੰਸਕ੍ਰਿਤਿਕ ਵਿਸ਼ੇਸ਼ਕ, ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ। ਇਸ ਕਰਕੇ ਇਸ ਨੂੰ ਸਾਈਜ਼ ਦੇ ਵਿੱਚ ਵੀ ਸਮਾਲ ਕਿਹਾ ਜਾਂਦਾ। ਇਸ ਤੋਂ ਇਲਾਵਾ ਕੋਈ ਵੀ ਕੰਮ ਕਰਨ ਦਾ ਤਰੀਕਾ, ਉਦਾਹਰਨ ਦੇ ਤੌਰ ਤੇ ਜਿਵੇਂ ਕਿਸੇ ਨੂੰ ਨਮਸਤੇ ਕਰਨਾ, ਕਿਸੇ ਨਾਲ ਹੱਥ ਮਿਲਾਉਣਾ, ਕਿਸੇ ਦਾ ਆਦਰ ਕਰਨਾ, ਜਾਂ ਇਹਨੂੰ ਅੱਗੇ ਜਦੋਂ ਆਪਾਂ ਨਹੀਂ, ਕਿਉਂਕਿ ਇਹ ਕੀ ਹੈ, ਜਿਵੇਂ ਹੀ ਕਿਰਿਆ ਹੋਏਗੀ, ਜਿਵੇਂ ਹੀ ਕੰਮ ਹੋਏਗਾ, ਇਹ ਉੱਥੇ ਹੀ ਸਮਾਪਤ ਹੋ ਜਾਏਗਾ। ਇਸ ਕਰਕੇ ਇਸ ਨੂੰ ਅੱਗੇ, ਇਹ ਉੱਥੇ ਹੀ ਖਤਮ ਹੋ ਜਾਂਦਾ ਹੈ, ਇਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ। ਇਸ ਕਰਕੇ ਸੰਸਕ੍ਰਿਤੀ ਦੀ ਸਭ ਤੋਂ ਛੋਟੀ ਇਕਾਈ ਨੂੰ ਸੰਸਕ੍ਰਿਤੀ ਵਿਸ਼ੇਸ਼ਤਾ ਕਿਹਾ ਜਾਂਦਾ ਹੈ। ਇੱਕ ਪ੍ਰਮੁੱਖ ਸਮਾਜ ਸ਼ਾਸਤਰ ਦਾ ਇਹ ਕਹਿਣਾ ਹੈ ਕਿ ਸੰਸਕ੍ਰਿਤੀ ਵਿਸ਼ੇਸ਼ਤਾ ਕੀ ਹੈ? ਕਿਸੇ ਸਿੱਖੇ ਹੋਏ ਵਿਵਹਾਰ ਦਾ ਇੱਕ ਸਰੂਪ ਹੈ, ਜਾਂ ਉਸਦਾ ਭੌਤਿਕ ਜਾਂ ਫਿਰ ਅਭੌਤਿਕ ਰੂਪ ਵੀ ਹੈ, ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ, ਜਾਂ ਅੱਗੇ ਘੱਟ ਹੋ ਸਕਦੀ ਹੈ। ਸੋ ਇਹ ਇੱਕ ਤਰ੍ਹਾਂ ਦੀ ਇਕਾਈ ਹੈ। ਸੋ ਇਕਾਈ ਦਾ ਮਤਲਬ ਇੱਕ ਯੂਨਿਟ ਕਹਿ ਸਕਦੇ ਹਾਂ। ਜੋ ਟ੍ਰੇਟ ਹੈ ਜਾਂ ਜੋ ਵਿਸ਼ੇਸ਼ਤਾ ਹੈ, ਉਹ ਇੱਕ ਤਰ੍ਹਾਂ ਦਾ ਛੋਟਾ ਹਿੱਸਾ ਹੈ, ਕਿਸੇ ਵੱਡੇ ਹਿੱਸੇ ਦਾ ਇੱਕ ਛੋਟਾ ਹਿੱਸਾ ਹੈ। ਸੋ ਸਮੱਗਰੀ ਵਿੱਚ ਪੈਨਸਿਲ ਉਦਾਹਰਨ ਹੈ ਇਹ, ਹਾਕੀ, ਕੋਈ ਕਟੋਰਾ ਹੋ ਸਕਦਾ ਹੈ, ਮੇਖ ਹੋ ਸਕਦੀ ਹੈ, ਜੁੱਤੀ ਹੋ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ। ਇਸ ਤੋਂ ਇਲਾਵਾ ਇਹ ਚੀਜ਼ ਪਹਿਲਾਂ ਵੀ ਮੈਂ ਦੱਸੀ ਸੀ ਕਿ ਗੈਰ ਸਮੱਗਰੀ ਦੇ ਵਿੱਚ, ਜਾਂ ਫਿਰ ਜੋ ਨਾਨ ਮਟੀਰੀਅਲ ਫਾਰਮ ਦੇ ਵਿੱਚ ਹੈ, ਉਸ ਦੇ ਵਿੱਚ ਹੱਥ ਮਿਲਾਉਣਾ, ਖੱਬੇ ਪਾਸੇ ਗੱਡੀ ਚਲਾਉਣਾ, ਪਿਆਰ, ਝੰਡੇ ਨੂੰ ਸਲਾਮੀ ਦੇਣਾ ਵਰਗੀਆਂ ਇਹ ਸਾਰੀਆਂ ਕਾਰਵਾਈਆਂ ਸ਼ਾਮਿਲ ਹੁੰਦੀਆਂ ਹਨ, ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਔਰ ਜੋ ਨਾਨ ਮਟੀਰੀਅਲ ਫਾਰਮ ਦੇ ਵਿੱਚ ਹੋਣਗੀਆਂ। ਕਿਉਂਕਿ ਮਟੀਰੀਅਲ ਫਾਰਮ ਹੈ ਜਾਂ ਜੋ ਪਦਾਰਥਕ ਚੀਜ਼ ਹੈ, ਉਹ ਹਮੇਸ਼ਾ ਅੱਖਾਂ ਨਾਲ ਦੇਖੀ ਜਾ ਸਕਦੀ ਹੈ ਜਾਂ ਹੱਥ ਨਾਲ ਛੂਈ ਜਾ ਸਕਦੀ ਹੈ। ਲੇਕਿਨ ਜੋ ਗੈਰ
ਸਮੱਗਰੀ ਹੈ ਜਾਂ ਗੈਰ ਪਦਾਰਥਕ ਚੀਜ਼ ਹੈ, ਉਸਨੂੰ ਸਿਰਫ ਇੱਕ ਵਿਅਕਤੀ ਆਪਣੇ ਵਿਵਹਾਰ ਨਾਲ, ਆਪਣੇ ਮਨ ਨਾਲ, ਆਪਣੇ ਸੁਭਾਅ ਦੇ ਨਾਲ ਉਸਨੂੰ ਸਿਰਫ ਮਹਿਸੂਸ ਕਰ ਸਕਦਾ ਹੈ। ਕਿਸੇ ਵੀ ਸੱਭਿਆਚਾਰ ਨੂੰ ਬਣਾਉਣ ਲਈ ਗੁਣਾਂ ਦੀ ਲੋੜ ਹੁੰਦੀ ਹੈ ਅਤੇ ਸਾਰੇ ਔਗੁਣ ਇੱਕ ਦੂਜੇ ਨਾਲ ਸੰਬੰਧਿਤ ਹੁੰਦੇ ਹਨ। ਸਾਰੇ ਹੀ ਗੁਣ ਜਾਂ ਹੋਰ ਔਗੁਣ ਇੱਕ ਦੂਸਰੇ ਨਾਲ ਸੰਬੰਧਿਤ ਹੋਣਗੇ ਜੋ ਇੱਕ ਸੰਸਕ੍ਰਿਤਿਕ ਵਿਸ਼ੇਸ਼ਤਾ ਅਖਵਾਉਣਗੇ। ਇਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਲੋਕਾਚਾਰ, ਲੋਕ ਗੀਤ, ਮੁੱਲ, ਇਹ ਸਾਰੇ ਕੁਝ ਸ਼ਾਮਿਲ ਹੁੰਦੇ ਹਨ। ਸੰਸਕ੍ਰਿਤੀ ਦੀਆਂ ਭੌਤਿਕ ਅਤੇ ਅਭੌਤਿਕ ਜੋ ਵਿਸ਼ੇਸ਼ਤਾਵਾਂ ਹੈ ਉਸ ਦੇ ਵਿੱਚ ਇੱਕ ਵਿਵਹਾਰ ਕਰਨ ਦਾ ਨਮੂਨਾ ਵੀ ਸ਼ਾਮਿਲ ਹੈ, ਕੁਝ ਢੰਗ ਸ਼ਾਮਿਲ ਹੋਣਗੇ, ਰੀਤੀ ਰਿਵਾਜ। ਸੋ ਵਿਵਹਾਰ ਦੀ ਇੱਕ ਤਰ੍ਹਾਂ ਦੀ ਇਹ ਇੱਕ ਕੜੀ ਹੈ। ਸੋ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੀ ਸੰਸਕ੍ਰਿਤੀ ਨੂੰ ਬਣਾਉਣ ਦਾ ਸਭ ਤੋਂ ਪਹਿਲਾ ਅੰਗ ਵਿਸ਼ੇਸ਼ਤਾ ਹੁੰਦੀ ਹੈ। ਵਿਸ਼ੇਸ਼ਕ ਕਹਿ ਸਕਦੇ ਹਾਂ ਇਸ ਨੂੰ, ਵਿਸ਼ੇਸ਼ਕ ਹੁੰਦਾ ਹੈ। ਜਦੋਂ ਤੱਕ ਵਿਸ਼ੇਸ਼ਕ ਸ਼ਾਮਿਲ ਨਹੀਂ ਹੋਏਗਾ ਜਾਂ ਇਸ ਨੂੰ ਨਹੀਂ ਇਨਕਲੂਡ ਕੀਤਾ ਜਾਏਗਾ, ਤਦੋਂ ਤੱਕ ਅੱਗੇ ਜਾ ਕੇ ਇਹ ਸਮੂਹ ਜਾਂ ਕੋਈ ਨਮੂਨਾ ਵੀ ਤਿਆਰ ਨਹੀਂ ਹੋ ਸਕਦਾ। ਸੋ ਸੰਸਕ੍ਰਿਤਿਕ ਵਿਸ਼ੇਸ਼ਕ ਬਹੁਤ ਹੀ ਘੱਟ ਗਤੀਸ਼ੀਲ ਅੰਤਰ ਸੰਬੰਧ ਬਣਾਉਂਦਾ ਹੈ ਅਤੇ ਵਿਅਕਤੀਗਤ ਵਿਸ਼ੇਸ਼ਕਾਂ ਦਾ ਹੋਰ ਵਿਸ਼ੇਸ਼ਕਾਂ ਅਤੇ ਉਹਨਾਂ ਦੇ ਸੰਬੰਧਾਂ ਦੇ ਅਨੁਸਾਰ ਹੀ ਮਤਲਬ ਹੁੰਦਾ ਹੈ। ਸਾਰੇ ਵਿਸ਼ੇਸ਼ਕਾਂ ਦਾ ਇੱਕ ਦੂਜੇ ਨਾਲ ਕਾਰਜਾਤਮਕ ਸੰਬੰਧ ਹੈ, ਕਿਉਂਕਿ ਇਹ ਜੋ ਛੋਟੀਆਂ ਛੋਟੀਆਂ ਚੀਜ਼ਾਂ ਹਨ ਇਹ ਕਾਰਜ ਕਰਨ ਲਈ ਮਹੱਤਵਪੂਰਨ ਹਨ। ਜਦੋਂ ਇੱਕ ਮਨੁੱਖ ਸਮਾਜ ਦੇ ਵਿੱਚ ਕੰਮ ਕਰਦਾ ਹੈ, ਅੰਤਰ ਕਿਰਿਆਵਾਂ ਕਰਦਾ ਹੈ ਜਾਂ ਸਮਾਜ ਦੇ ਵਿੱਚ ਦੂਸਰੇ ਲੋਕਾਂ ਨਾਲ ਵਿਚਰਦਾ ਹੈ, ਤਦ ਉਹ ਕੀ ਹੈ, ਇੱਕ ਕਾਰਜ ਕਰ ਰਿਹਾ ਹੁੰਦਾ ਹੈ। ਅਤੇ ਜੋ ਕਲਚਰਲ ਟ੍ਰੇਟ ਹੈ, ਜੋ ਸੰਸਕ੍ਰਿਤਿਕ ਵਿਸ਼ੇਸ਼ਕ ਹੈ, ਉਹ ਵੀ ਇੱਕ ਤਰ੍ਹਾਂ ਦਾ ਉਸਦਾ ਵੀ ਇੱਕ ਦੂਸਰੇ ਨਾਲ ਕੀ ਹੈ ਜਾਂ ਸਾਰੇ ਵਿਸ਼ੇਸ਼ਕਾਂ ਦਾ ਇੱਕ ਦੂਜੇ ਨਾਲ ਕਾਰਜਾਤਮਕ ਸੰਬੰਧ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇ ਕੋਈ ਕ੍ਰਿਕਟ ਦਾ ਮੈਚ ਚੱਲਦਾ ਹੈ ਤਾਂ ਉਸ ਮੈਚ ਦੇ ਵਿੱਚ ਜੇ ਇੱਕ ਬਾਲ ਹੈ ਉਹ ਇੱਕ ਸੰਸਕ੍ਰਿਤਿਕ ਵਿਸ਼ੇਸ਼ਕ ਹੋ ਜਾਏਗਾ, ਕਿਉਂਕਿ ਉਸ ਬਾਲ ਨੂੰ ਅੱਗੇ ਦੋ ਹਿੱਸਿਆਂ ਦੇ ਵਿੱਚ ਕੱਟ ਕੇ ਵੰਡਿਆ ਨਹੀਂ ਜਾ ਸਕਦਾ। ਉਸ ਤੋਂ ਇਲਾਵਾ ਕਿਸੇ ਬੈਟਸਮੈਨ ਦਾ ਗਲਵ ਹੋ ਸਕਦਾ ਹੈ, ਦਸਤਾਨਾ ਹੋ ਸਕਦਾ ਹੈ ਹੱਥ ਦਾ, ਉਹ ਵੀ ਇੱਕ ਤਰ੍ਹਾਂ ਦਾ ਕਲਚਰਲ ਟ੍ਰੇਟ ਹੀ ਅਖਵਾਏਗਾ, ਸੰਸਕ੍ਰਿਤਿਕ ਵਿਸ਼ੇਸ਼ਕ ਹੀ ਅਖਵਾਏਗਾ। ਸੋ ਜਦੋਂ ਕਾਰਜਾਤਮਕ ਰੂਪ ਨਾਲ ਸੰਬੰਧਿਤ ਵਿਸ਼ੇਸ਼ਕ ਇਕੱਠੇ ਹੁੰਦੇ ਹਨ ਤਦ ਉਹ ਇੱਕ ਸਮੂਹ ਨੂੰ ਜਨਮ ਦਿੰਦੇ ਹਨ ਜਾਂ ਇੱਕ ਸਮੂਹ ਨੂੰ ਸੰਸਕ੍ਰਿਤਿਕ ਸਮੂਹ ਅਖਵਾਉਂਦੇ ਹਨ ਜਾਂ ਉਸ ਨੂੰ ਅੱਗੇ ਜਾ ਕੇ ਇੱਕ ਸਮੂਹ ਦਾ ਦਰਜਾ ਦੇ ਦਿੱਤਾ ਜਾਂਦਾ ਹੈ। ਸੋ ਇੱਦਾਂ ਹੀ ਕਲਚਰਲ ਕੰਪਲੈਕਸ ਦੇਖਣ ਨੂੰ ਮਿਲਦਾ ਹੈ। ਕਲਚਰਲ ਕੰਪਲੈਕਸ ਨੂੰ ਸੰਸਕ੍ਰਿਤਿਕ ਸਮੂਹ ਦਾ ਨਾਮ ਦਿੱਤਾ ਜਾਏਗਾ। ਸੰਸਕ੍ਰਿਤਿਕ ਸਮੂਹ ਕੀ ਹੈ? ਸਮੂਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਇੱਕ ਇਕੱਠ ਹੁੰਦਾ ਹੈ। ਉਹ ਛੋਟੀਆਂ ਚੀਜ਼ਾਂ ਦਾ ਇਕੱਠ ਜੋ ਮਿਲ ਕੇ ਇੱਕ ਸਮੂਹ ਤਿਆਰ ਕਰਦੀਆਂ। ਉਦਾਹਰਨ ਦੇ ਤੌਰ ਤੇ ਸਮਾਜ ਕੀ ਹੈ? ਸਮਾਜ ਇੱਕ ਅਜਿਹੀ ਇਕਾਈ ਹੈ ਜਾਂ ਇੱਕ ਅਜਿਹਾ ਵਾਤਾਵਰਨ ਸਿਰਜਿਆ ਹੋਇਆ ਹੈ ਜਿਸ ਦੇ ਵਿੱਚ ਵੱਖੋ ਵੱਖਰੇ ਸਮੂਹ ਪਾਏ ਜਾਂਦੇ। ਹਰ ਇੱਕ ਸਮੂਹ ਦੂਸਰੇ ਨਾਲੋਂ ਵੱਖ ਹੈ। ਸਮੂਹ ਦਾ ਅਰਥ ਇੱਥੇ ਸਧਾਰਨ ਸ਼ਬਦਾਂ 'ਚ ਆਪਾਂ ਕਹਾਂਗੇ ਕੋਈ ਵੀ ਲੋਕਾਂ ਦਾ ਇਕੱਠ ਹੈ, ਉਹ ਇੱਕ ਸਮੂਹ ਬਣਦਾ ਹੈ। ਲੇਕਿਨ ਇੱਥੇ ਪਦਾਰਥਕ ਅਤੇ ਗੈਰ ਪਦਾਰਥਕ ਚੀਜ਼ਾਂ ਨੂੰ ਮਿਲਾ ਕੇ ਵੀ ਸਮੂਹ ਬਣ ਸਕਦਾ ਹੈ। ਸੋ ਜਦੋਂ ਬਹੁਤ ਸਾਰੇ ਸੰਸਕ੍ਰਿਤਿਕ ਵਿਸ਼ੇਸ਼ਕ ਆਪਣੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਇਕੱਠੇ ਹੁੰਦੇ ਹਨ ਤਾਂ ਉਹ ਇੱਕ ਸਮੂਹ ਦਾ ਨਿਰਮਾਣ ਕਰਦੇ ਹਨ, ਜਿਸ ਨੂੰ ਸੰਸਕ੍ਰਿਤਿਕ ਸਮੂਹ ਕਿਹਾ ਜਾਂਦਾ ਹੈ। ਸੋ ਕੋਈ ਵੀ ਕਾਰਜ ਕਰਨ ਲਈ, ਕੋਈ ਵੀ ਕੰਮ ਕਰਨ ਲਈ ਜਦੋਂ ਵੱਖੋ ਵੱਖਰੇ ਸੰਸਕ੍ਰਿਤਿਕ ਵਿਸ਼ੇਸ਼ਕ ਇਕੱਠੇ ਹੁੰਦੇ ਹਨ, ਜਦੋਂ ਉਹ ਇੱਕ ਲੜੀ ਦੇ ਵਿੱਚ ਪਰੋਏ ਜਾਂਦੇ ਹਨ ਜਾਂ ਜਦੋਂ ਉਹ ਇੱਕ ਦੂਸਰੇ ਨਾਲ ਮਿਲਦੇ ਹਨ, ਤਦੋਂ ਉਹ ਇੱਕ ਸਮੂਹ ਦਾ ਨਿਰਮਾਣ ਕਰਦੇ ਹਨ। ਉਦਾਹਰਨ ਦੇ ਤੌਰ ਤੇ ਇੱਕ ਕ੍ਰਿਕਟ ਸਟੇਡੀਅਮ ਦੇ ਵਿੱਚ ਪਲੇਅਰਸ ਦਾ ਹੋਣਾ, ਆਡੀਅੰਸ ਦਾ ਹੋਣਾ, ਬੈਟ ਦਾ ਹੋਣਾ, ਬਾਲ ਦਾ ਹੋਣਾ, ਵਿਕਟਸ ਦਾ ਹੋਣਾ, ਇਹ ਸਾਰੀਆਂ ਚੀਜ਼ਾਂ ਦੀ ਮੌਜੂਦਗੀ ਜਾਂ ਇੱਕ ਵਧੀਆ ਪਲੇਗਰਾਊਂਡ ਦਾ ਹੋਣਾ, ਇਹ ਸਾਰੀਆਂ ਚੀਜ਼ਾਂ ਦੀ ਮੌਜੂਦਗੀ ਹੀ ਇੱਕ ਸਮੂਹ ਅਖਵਾਉਂਦੀ ਹੈ। ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਸਮੂਹ ਦਾ ਨਾਮ ਦਿੱਤਾ ਜਾਏਗਾ, ਜਿਸ ਨੂੰ ਸੰਸਕ੍ਰਿਤਿਕ ਸਮੂਹ ਕਿਹਾ ਜਾਂਦਾ ਹੈ। ਔਰ ਇਹ ਬਿਨਾਂ ਕਿਸੇ ਸ਼ੱਕ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਕਲਚਰਲ ਟ੍ਰੇਟ ਤੋਂ ਹੀ ਕਲਚਰਲ ਕੰਪਲੈਕਸ ਬਣਦਾ ਹੈ। ਸੰਸਕ੍ਰਿਤਿਕ ਵਿਸ਼ੇਸ਼ਕ ਤੋਂ ਹੀ ਸੰਸਕ੍ਰਿਤਿਕ ਸਮੂਹ ਦਾ ਨਿਰਮਾਣ ਹੁੰਦਾ ਹੈ। ਉਦਾਹਰਨ ਦੇ ਲਈ
ਹਾਕੀ ਦੇ ਖੇਡ ਦੇ ਵਿੱਚ ਗੋਲਕੀਪਰ ਵੱਲੋਂ ਪਾਇਆ ਜਾਣ ਵਾਲਾ ਜੋ ਹੱਥ ਦੇ ਵਿੱਚ ਦਸਤਾਨਾ ਹੈ ਉਹ ਪਾਇਆ ਜਾਣ ਵਾਲਾ ਉਸਨੂੰ ਸੰਸਕ੍ਰਿਤਿਕ ਵਿਸ਼ੇਸ਼ਕ ਕਹਾਂਗੇ। ਪਰ ਜੇਕਰ ਇਸ ਤੋਂ ਇਕੱਠਾ ਕਰ ਦਈਏ ਤਾਂ ਇਹ ਕੀ ਹੈ, ਦੋ ਦਸਤਾਨੇ ਇਕੱਠੇ ਕਰ ਦਈਏ ਤਾਂ ਇਸ ਨੂੰ ਕੀ ਹੈ, ਸੰਸਕ੍ਰਿਤਿਕ ਸਮੂਹ ਇਹ ਬਣ ਜਾਏਗਾ। ਇਸ ਨੂੰ ਸੰਸਕ੍ਰਿਤਿਕ ਸਮੂਹ ਦਾ ਨਾਮ ਦੇ ਸਕਦੇ ਹਾਂ। ਸੋ ਜਦੋਂ ਉਸ ਕੰਮ ਜਾਂ ਜਦੋਂ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਸਾਰੀਆਂ ਚੀਜ਼ਾਂ ਦਾ ਇਕੱਠਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਵਿੱਚ ਆਪਸੀ ਸੰਬੰਧ ਪਾਇਆ ਜਾਂਦਾ ਹੈ, ਉਸ ਨੂੰ ਸੰਸਕ੍ਰਿਤਿਕ ਸਮੂਹ ਦਾ ਨਾਮ ਦਿੱਤਾ ਜਾਂਦਾ ਹੈ। ਕਿਉਂਕਿ ਸਮੂਹ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਵਧੀਆ ਸ਼ਬਦ ਹੈ ਜੋ ਸਮਾਜ ਵਿਗਿਆਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਸਮਾਜ ਸ਼ਾਸਤਰ ਦੇ ਵਿੱਚ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਮਾਜ ਦਾ ਅਧਿਐਨ ਹੈ ਇਹ, ਜਿਸ ਦੇ ਵਿੱਚ ਸਮਾਜ ਦੇ ਵਿੱਚ ਲੋਕ ਕਿਸ ਢੰਗ ਨਾਲ ਇੱਕ ਦੂਜੇ ਨਾਲ ਵਿਚਰਦੇ ਹਨ, ਗੱਲਬਾਤ ਕਰਦੇ ਹਨ। ਸੋ ਕਿਸ ਢੰਗ ਨਾਲ ਵਿਚਰਨਾ, ਆਪਸੀ ਸੰਬੰਧ ਬਣਾਉਣਾ ਜਾਂ ਗੱਲਬਾਤ ਕਰਨਾ, ਇਹ ਸਾਰੀਆਂ ਚੀਜ਼ਾਂ ਸਮੂਹ ਦੇ ਉੱਤੇ ਵੀ ਟਿਕੀਆਂ ਹੋਈਆਂ। ਇੱਕ ਮਨੁੱਖ ਜਾਂ ਇੱਕ ਵਿਅਕਤੀ ਜਦੋਂ ਸਮਾਜ ਦੇ ਵਿੱਚ ਜਨਮ ਉਸਦਾ ਹੁੰਦਾ ਹੈ ਤਦ ਉਹ ਕੀ ਹੈ, ਵੱਖੋ ਵੱਖਰੇ ਗਰੁੱਪਸ ਦਾ, ਵੱਖੋ ਵੱਖਰੇ ਸਮੂਹਾਂ ਦਾ ਹਿੱਸਾ ਹੁੰਦਾ ਹੈ। ਉਹ ਸਮੂਹ ਦੇ ਵਿੱਚ ਉਹ ਆਪਣੇ ਮੈਂਬਰਾਂ ਨਾਲ, ਉਸ ਸਮੂਹ ਦੇ ਮੈਂਬਰਾਂ ਨਾਲ, ਲੋਕਾਂ ਨਾਲ ਗੱਲਬਾਤ ਕਰਦਾ ਹੈ ਤੇ ਕੋਈ ਨਾ ਕੋਈ ਸੰਬੰਧ ਸਥਾਪਿਤ ਕਰਦਾ ਹੈ। ਉਦਾਹਰਨ ਦੇ ਤੌਰ ਤੇ ਇੱਕ ਪਰਿਵਾਰ ਦੇ ਵਿੱਚ ਇੱਕ ਬੱਚੇ ਦਾ ਆਪਣੇ ਮਾਤਾ ਪਿਤਾ ਨਾਲ ਸੰਬੰਧ, ਆਪਣੇ ਭੈਣ ਭਰਾਵਾਂ ਨਾਲ ਸੰਬੰਧ, ਇਹ ਸਾਰੀਆਂ ਚੀਜ਼ਾਂ ਹੀ ਉਸ ਬੱਚੇ ਨੂੰ ਸਮਾਜ ਦੇ ਵਿੱਚ ਵਿਚਰਨ ਲਈ ਸਹਾਇਤਾ ਪ੍ਰਦਾਨ ਕਰਦੀਆਂ। ਇਸ ਕਰਕੇ ਇਹਦਾ ਜੋ ਆਕਾਰ ਹੈ ਕੰਪਲੈਕਸ ਦਾ ਜਾਂ ਸਮੂਹ ਦਾ, ਇਹਦਾ ਮੱਧਮ ਆਕਾਰ ਹੁੰਦਾ ਹੈ, ਮੀਡੀਅਮ ਸਾਈਜ਼ ਹੁੰਦਾ ਹੈ ਇਸਦਾ। ਜਿਵੇਂ ਟ੍ਰੇਟ ਦਾ ਸਾਈਜ਼ ਛੋਟਾ ਕਿਹਾ ਸੀ, ਉਵੇਂ ਇਸ ਦਾ ਸਾਈਜ਼ ਮੱਧਮ ਹੋਏਗਾ। ਸੋ ਇਸੇ ਤਰ੍ਹਾਂ ਕੋਈ ਵੀ ਕੰਮ ਕਰਦੇ ਸਮੇਂ ਜਦੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਵਿੱਚ ਆਪਸੀ ਸੰਬੰਧ ਹੁੰਦਾ ਹੈ। ਇਹਨਾਂ ਚੀਜ਼ਾਂ ਦੇ ਵਿੱਚ ਆਪਸੀ ਸੰਬੰਧ ਬਣਨਾ ਸ਼ੁਰੂ ਹੋ ਜਾਂਦਾ ਹੈ ਜਾਂ ਕਿਤੇ ਨਾ ਕਿਤੇ ਸੰਬੰਧ ਪਾਇਆ ਜਾਂਦਾ ਹੈ। ਸੋ ਜਦੋਂ ਉਸ ਕੰਮ ਨੂੰ ਪੂਰਾ ਕਰਨ ਲਈ ਸਾਰੀਆਂ ਚੀਜ਼ਾਂ ਦਾ ਇਕੱਠਾ ਪ੍ਰਯੋਗ ਵੀ ਹੁੰਦਾ ਹੈ ਤਦ ਉਸ ਨੂੰ ਸੰਸਕ੍ਰਿਤਿਕ ਸਮੂਹ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਿਸੇ ਵੀ ਪ੍ਰਾਚੀਨ ਸਭਿਅਤਾ ਦੀ ਖੁਦਾਈ ਵਿੱਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨ ਉੱਤੇ ਉਸ ਨੂੰ ਸੰਸਕ੍ਰਿਤਿਕ ਸਮੂਹ ਦਾ ਵੀ ਨਾਮ ਦਿੱਤਾ ਜਾਂਦਾ ਹੈ। ਸੋ ਜੇ ਕਿਤੇ ਕੋਈ ਖੁਦਾਈ ਹੁੰਦੀ ਹੈ, ਕੋਈ ਪੁਰਾਤਨ ਚੀਜ਼ਾਂ ਲੱਭਦੀਆਂ ਹਨ ਤੇ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਜਦੋਂ ਲੱਭਦੀਆਂ ਹਨ, ਜਦੋਂ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਹੁੰਦੀਆਂ ਹਨ ਤਦ ਉਸ ਨੂੰ ਸਮੂਹ ਕਿਹਾ ਜਾਂਦਾ ਹੈ। ਅਤੇ ਉਹ ਚੀਜ਼ਾਂ ਸੰਸਕ੍ਰਿਤੀ ਦੇ ਨਾਲ ਸੰਬੰਧਿਤ ਹੋਣਗੀਆਂ, ਭਾਵੇਂ ਉਹ ਧਰਮ ਦੇ ਨਾਲ ਸੰਬੰਧਿਤ ਹੋਣ, ਸਮਾਜਿਕ ਤੌਰ ਉੱਤੇ ਵਿਅਕਤੀਆਂ ਦੇ ਆਮ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਹੋਣ ਜਾਂ ਕੋਈ ਵੀ ਇੱਦਾਂ ਦੀ ਚੀਜ਼ ਹੋਵੇ, ਲੋੜੀਂਦੀ ਚੀਜ਼ ਹੈ। ਸੋ ਉਹ ਇੱਕ ਕਲਚਰ ਜਾਂ ਸੰਸਕ੍ਰਿਤੀ ਦੇ ਨਾਲ ਅਟੈਚਡ ਹੋਏਗੀ, ਆਧਾਰਿਤ ਹੋਏਗੀ। ਕਿਉਂਕਿ ਜਦੋਂ ਇੱਕ ਜੇ ਸੰਸਕ੍ਰਿਤੀ ਹੈ ਸਮਾਜ ਦੇ ਵਿੱਚ ਤਾਂ ਹੀ ਮਨੁੱਖ ਸਮਾਜ ਦੇ ਵਿੱਚ ਜੀਵਿਤ ਰਹੇਗਾ ਜਾਂ ਫਿਰ ਉਹ ਸਮਾਜ ਦੇ ਵਿੱਚ ਵਿਚਰ ਸਕਦਾ ਹੈ। ਜੇ ਇੱਕ ਮਨੁੱਖ ਤੋਂ ਉਸਦੀ ਸੰਸਕ੍ਰਿਤੀ ਨੂੰ ਖੋਹ ਲਿੱਤਾ ਜਾਏਗਾ ਤਾਂ ਉਸਦੇ ਕੋਲ ਕੁਝ ਵੀ ਨਹੀਂ ਬਚੇਗਾ। ਕਿਉਂਕਿ ਸੰਸਕ੍ਰਿਤੀ ਇੱਕ ਮਨੁੱਖ ਨੂੰ ਸਮਾਜ ਦੇ ਨਾਲ ਵੀ ਜੋੜ ਕੇ ਰੱਖਦੀ ਹੈ ਜਾਂ ਫਿਰ ਸਧਾਰਨ ਸਰਲ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੰਸਕ੍ਰਿਤੀ ਅਤੇ ਇੱਕ ਮਨੁੱਖ ਦਾ ਬਹੁਤ ਹੀ ਡੂੰਘਾ ਜਾਂ ਗੂੜਾ ਸੰਬੰਧ ਹੈ। ਇਹ ਸੰਬੰਧ ਆਖਿਰਕਾਰ ਹੈ ਕਿ ਕਿਉਂਕਿ ਬਹੁਤ ਟਾਈਮ ਤੋਂ ਆਪਾਂ ਸੰਬੰਧ, ਸਮਾਜਿਕ ਸੰਬੰਧ ਦੀ ਗੱਲ ਕਰ ਰਹੇ ਹਾਂ। ਜਦੋਂ ਉਦਾਹਰਨ ਜੇ ਇੱਥੇ ਦਿੱਤੀ ਜਾਵੇ ਕਿ ਜੇ ਦੋ ਵਿਅਕਤੀ ਬੱਸ ਦੇ ਵਿੱਚ ਸਫ਼ਰ ਕਰ ਰਹੇ ਹਨ, ਕਿਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਰਹੇ ਹਨ, ਉਹ ਤਦ ਤੱਕ ਇੱਕ ਵਧੀਆ ਸਮਾਜ ਦਾ ਨਿਰਮਾਣ ਨਹੀਂ ਕਰ ਸਕਦੇ ਜਦੋਂ ਤੱਕ ਉਹ ਆਪਸ ਦੇ ਵਿੱਚ ਗੱਲਬਾਤ ਨਹੀਂ ਕਰਨਗੇ। ਸੋ ਜਦੋਂ ਆਪਸ ਦੇ ਵਿੱਚ ਉਹ ਗੱਲਬਾਤ ਕਰਨਗੇ ਤਦ ਉਹ ਇੱਕ ਸੰਬੰਧ ਸਥਾਪਿਤ ਕਰਨਗੇ। ਉਹ ਸੰਬੰਧ ਦੂਰ ਦੇ ਵੀ ਹੋ ਸਕਦੇ ਹਨ, ਨੇੜੇ ਦੇ ਵੀ ਹੋ ਸਕਦੇ ਹਨ। ਉਹ ਇੱਕ ਸਿਚੁਏਸ਼ਨ ਦੇ ਅਕੋਰਡਿੰਗ ਪਤਾ ਚੱਲਦਾ ਹੈ। ਸੋ ਜਦੋਂ ਇੱਕ ਵਿਅਕਤੀ ਸੰਬੰਧ ਸਥਾਪਿਤ ਕਰਦਾ ਹੈ, ਗੱਲਬਾਤ ਕਰਦਾ ਹੈ, ਇੱਕ ਦੂਸਰੇ ਨਾਲ ਆਦਾਨ ਪ੍ਰਦਾਨ ਕਰਦਾ ਹੈ, ਵਟਾਂਦਰਾ ਕਰਦਾ ਹੈ, ਤਦ ਉਹ ਆਪਣੇ ਕੁਝ ਸੰਸਕ੍ਰਿਤਿਕ ਤੱਤਾਂ ਦਾ ਵੀ ਵਟਾਂਦਰਾ ਕਰਦਾ ਹੈ। ਗੱਲਬਾਤ ਕਰਕੇ ਉਹ ਕੁਝ ਆਪਣੇ ਸੰਸਕ੍ਰਿਤਿਕ ਤੱਤ ਦੂਸਰੇ ਨੂੰ ਦਿੰਦਾ ਹੈ ਅਤੇ ਕੁਝ ਦੂਸਰੇ ਵਿਅਕਤੀ ਦੇ ਸੰਸਕ੍ਰਿਤਿਕ ਤੱਤਾਂ ਨੂੰ ਗ੍ਰਹਿਣ ਕਰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਿੰਨੇ ਵੀ ਮਨੁੱਖ ਹਨ, ਜਿੰਨੇ ਵੀ ਲੋਕ ਹਨ, ਉਹਨਾਂ ਦੇ ਵਿੱਚ ਅੰਤਰ ਕਿਰਿਆਵਾਂ ਪਾਈਆਂ ਜਾਂਦੀਆਂ।
ਅਤੇ ਇੱਕ ਦੂਜੇ ਦੇ ਨਾਲ ਨੇੜੇ ਦੇ ਸੰਬੰਧ ਵੀ ਪਾਏ ਜਾਂਦੇ ਹਨ। ਕਿਉਂਕਿ ਜਦੋਂ ਵਿਅਕਤੀ ਇਕੱਠੇ ਮਿਲ ਕੇ ਰਹਿੰਦੇ ਹਨ, ਇਕੱਠੇ ਮਿਲ ਕੇ ਰਹਿਣ ਦਾ ਮਤਲਬ ਕਿ ਜੇ ਸਮਾਜ ਦੇ ਵਿੱਚ ਏਕਤਾ, ਏਕੀਕਰਨ ਜਾਂ ਆਪਸੀ ਭਾਈਚਾਰੇ ਦੀ ਭਾਵਨਾ ਹੈ, ਤਾਂ ਇੱਥੇ ਸੰਘਰਸ਼ ਦੀ ਭਾਵਨਾ ਵੀ ਪਾਈ ਜਾਂਦੀ ਹੈ। ਅਤੇ ਇਹੀ ਸੰਘਰਸ਼ ਦੀ ਭਾਵਨਾ ਇੱਕ ਮਨੁੱਖ ਨੂੰ ਜਾਂ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਵਿਚਰਨ ਦੀ ਸਹਾਇਤਾ ਪ੍ਰਦਾਨ ਕਰਦੀ ਹੈ। ਸੋ ਅੱਗੇ ਚੱਲਾਂਗੇ ਸੰਸਕ੍ਰਿਤਿਕ ਸਮੂਹ ਦੇ ਵਿੱਚ ਹੀ। ਉਦਾਹਰਨ ਇੱਕ ਜਿਵੇਂ ਦੱਸਿਆ ਸੀ ਕਿ ਬੱਲੇਬਾਜ਼ ਦਾ ਦਸਤਾਨਾ ਸੱਭਿਆਚਾਰਕ ਗੁਣ ਹੈ ਅਤੇ ਹੋਰ ਸਾਰੀਆਂ ਚੀਜ਼ਾਂ ਦਾ ਸੁਮੇਲ ਸੱਭਿਆਚਾਰਕ ਗੁੰਝਲਦਾਰ। ਸੋ ਆਕਾਰ ਦੇ ਵਿੱਚ ਇਹ ਮੱਧਮ ਹੈ, ਸਾਈਜ਼ ਇਹਦਾ ਛੋਟਾ ਹੈ, ਛੋਟਾ ਇਨ ਦਾ ਸੈਂਸ ਕਿ ਜੋ ਟ੍ਰੇਟ ਹੈ ਉਹਦਾ ਤਾਂ ਛੋਟਾ ਹੈ, ਲੇਕਿਨ ਜੋ ਕੰਪਲੈਕਸ ਹੈ ਉਹਦਾ ਛੋਟੇ ਨਾਲੋਂ ਥੋੜਾ ਜਿਹਾ ਵੱਡਾ ਹੋਏਗਾ, ਮੱਧਮ ਆਕਾਰ ਹੋਏਗਾ। ਅਤੇ ਸਾਰੇ ਹਿੱਸੇ ਸੱਭਿਆਚਾਰਕ ਕੰਪਲੈਕਸ ਬਣਾਉਂਦੇ ਹਨ, ਸੱਭਿਆਚਾਰਕ ਸਮੂਹ ਬਣਾਉਂਦੇ ਹਨ। ਜਿਵੇਂ ਕ੍ਰਿਕਟ ਅਤੇ ਬੈਡਮਿੰਟਨ ਦੇ ਖੇਡ ਦੀ ਮੈਂ ਇੱਥੇ ਗੱਲ ਕੀਤੀ ਸੀ। ਸੋ ਇਸ ਦੇ ਵਿੱਚ ਕੀ ਹੈ ਕਿ ਸਾਰੇ ਹੀ ਛੋਟੇ ਛੋਟੇ ਵਿਸ਼ੇਸ਼ਕ ਇੱਕ ਵੱਡਾ ਸਮੂਹ ਦਾ ਨਿਰਮਾਣ ਕਰਨਗੇ, ਜਿਸ ਨੂੰ ਸੰਸਕ੍ਰਿਤਿਕ ਸਮੂਹ ਕਿਹਾ ਜਾਏਗਾ, ਜਿਸ ਨੂੰ ਕਲਚਰਲ ਕੰਪਲੈਕਸ ਦਾ ਨਾਮ ਦਿੱਤਾ ਜਾਏਗਾ। ਇਸ ਤੋਂ ਬਾਅਦ ਗੱਲ ਹੋਏਗੀ ਕਲਚਰਲ ਪੈਟਰਨ ਦੀ, ਸੰਸਕ੍ਰਿਤਿਕ ਨਮੂਨੇ ਦੀ। ਸੋ ਇਸ ਦਾ ਆਕਾਰ ਹੈ ਜੋ ਇਹਦਾ ਵੱਡਾ ਹੋਏਗਾ। ਜਿੱਥੇ ਸੰਸਕ੍ਰਿਤਿਕ ਕੰਪਲੈਕਸ ਦਾ ਜੋ ਕਲਚਰਲ ਕੰਪਲੈਕਸ ਹੈ ਉਸ ਦਾ ਆਕਾਰ ਮੱਧਮ ਸੀ ਜਾਂ ਫਿਰ ਵਿਸ਼ੇਸ਼ਕ ਦਾ ਆਕਾਰ ਛੋਟਾ ਸੀ, ਉੱਥੇ ਸੰਸਕ੍ਰਿਤਿਕ ਨਮੂਨੇ ਦਾ ਜੋ ਆਕਾਰ ਹੈ ਉਹ ਵੱਡਾ ਹੋ ਜਾਏਗਾ। ਸੋ ਸੰਸਕ੍ਰਿਤਿਕ ਨਮੂਨੇ ਨਾਲ ਕੀ ਹੈ, ਸੰਸਕ੍ਰਿਤੀ ਦੀ ਜੀਵਨ ਸ਼ੈਲੀ ਦਾ ਨਿਰਮਾਣ ਹੁੰਦਾ ਹੈ। ਇਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਸ ਦੇ ਸ਼ੁਰੂਆਤ ਦੇ ਵਿੱਚ ਕੀ ਹੈ, ਸੰਸਕ੍ਰਿਤਿਕ ਵਿਸ਼ੇਸ਼ਤਾ ਜਾਂ ਵਿਸ਼ੇਸ਼ਕ ਤੋਂ ਹੀ ਹੁੰਦੀ ਹੈ। ਸੋ ਕਿਸੇ ਵੱਡੀ ਚੀਜ਼ ਦੀ ਜੇ ਆਪਾਂ ਦੇਖਣਾ ਹੋਵੇ ਕਿ ਕਿਵੇਂ ਡਿਵੈਲਪ ਹੋਇਆ, ਕਿਵੇਂ ਇਹਦਾ ਵਿਕਾਸ ਹੋਇਆ, ਤਾਂ ਉਹਦਾ ਵਿਕਾਸ ਇੱਕ ਛੋਟੀ ਚੀਜ਼ ਤੋਂ ਹੀ ਹੁੰਦਾ ਹੈ। ਛੋਟੀ ਚੀਜ਼ ਨੂੰ ਛੋਟੀ ਛੋਟੀ ਚੀਜ਼ਾਂ ਨੂੰ ਮਿਲਾ ਕੇ ਅੱਗੇ ਇੱਕ ਵੱਡਾ ਨਮੂਨਾ ਜਾਂ ਪੈਟਰਨ ਤਿਆਰ ਹੁੰਦਾ ਹੈ। ਸੋ ਜਦੋਂ ਬਹੁਤ ਸਾਰੇ ਸੰਬੰਧਿਤ ਵਿਸ਼ੇਸ਼ਕ ਇਕੱਠੇ ਹੋ ਜਾਂਦੇ ਹਨ, ਸੰਬੰਧਿਤ ਵਿਸ਼ੇਸ਼ਕ ਇੱਥੇ ਕਹਾਂਗੇ ਕਿ ਜਦੋਂ ਸਾਰੇ ਹੀ ਵਿਸ਼ੇਸ਼ਕਾਂ ਦੇ ਵਿੱਚ, ਟ੍ਰੇਟਸ ਦੇ ਵਿੱਚ ਆਪਸੀ ਸੰਬੰਧ ਹੋਏਗਾ, ਉਸਨੂੰ ਸੰਬੰਧਿਤ ਵਿਸ਼ੇਸ਼ਕ ਕਿਹਾ ਜਾਏਗਾ। ਸੋ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਸੰਸਕ੍ਰਿਤਿਕ ਸਮੂਹ ਕਿਹਾ ਜਾਂਦਾ ਹੈ। ਸੋ ਸੰਸਕ੍ਰਿਤਿਕ ਸਮੂਹ ਅਤੇ ਜਦੋਂ ਇਹ ਸਮੂਹ ਜੀਵਨ ਦੇ ਬਹੁਤ ਸਾਰੇ ਪੱਖਾਂ ਦੇ ਵਿੱਚ ਫੈਲ ਜਾਂਦੇ ਹਨ, ਤਦ ਇਸ ਨੂੰ ਸੰਸਕ੍ਰਿਤਿਕ ਨਮੂਨੇ ਵਜੋਂ ਜਾਣਿਆ ਜਾਂਦਾ ਹੈ। ਹੁਣ ਵਿਅਕਤੀ ਦੀ ਜ਼ਿੰਦਗੀ ਦਾ ਜਦੋਂ ਇਹ ਹਿੱਸਾ ਬਣ ਜਾਂਦੇ ਹਨ, ਸੋ ਅਸੀਂ ਇਸ ਨੂੰ ਸੰਸਕ੍ਰਿਤਿਕ ਸਮੂਹ ਕਹਿਣ ਦੀ ਥਾਂ ਕਹਿ ਸਕਦੇ ਹਾਂ ਸੰਸਕ੍ਰਿਤਿਕ ਨਮੂਨਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਸੰਸਕ੍ਰਿਤਿਕ ਵਿਸ਼ੇਸ਼ਕਾਂ ਤੋਂ ਸੰਸਕ੍ਰਿਤਿਕ ਸਮੂਹ ਦਾ ਨਿਰਮਾਣ ਹੁੰਦਾ ਹੈ, ਅਤੇ ਜਦੋਂ ਸੰਸਕ੍ਰਿਤਿਕ ਸਮੂਹ ਬਹੁਤ ਜ਼ਿਆਦਾ ਫੈਲ ਜਾਂਦੇ ਹਨ ਤਾਂ ਇਸ ਨੂੰ ਸੰਸਕ੍ਰਿਤਿਕ ਨਮੂਨਾ ਕਿਹਾ ਜਾਂਦਾ ਹੈ। ਬਹੁਤ ਜ਼ਿਆਦਾ ਫੈਲ ਜਾਣ ਦਾ ਇੱਥੇ ਅਰਥ ਇਹ ਹੈ ਕਿ ਵਿਅਕਤੀਆਂ ਦੇ ਜੀਵਨ ਦੇ ਵਿੱਚ ਇਹ ਪਾਏ ਜਾਂਦੇ, ਜ਼ਿੰਦਗੀ ਦੇ ਹਰ ਇੱਕ ਪੜਾਅ ਦੇ ਵਿੱਚ ਪਾਏ ਜਾਂਦੇ ਹਨ, ਉਸ ਨੂੰ ਸੰਸਕ੍ਰਿਤਿਕ ਨਮੂਨਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੰਸਕ੍ਰਿਤਿਕ ਵਿਸ਼ੇਸ਼ਕਾਂ ਸੰਸਕ੍ਰਿਤੀ ਦੀ ਸਭ ਤੋਂ ਛੋਟੀ ਇਕਾਈ ਹੈ ਅਤੇ ਸੰਸਕ੍ਰਿਤਿਕ ਸਮੂਹ ਮੱਧਮ ਜਾਂ ਮੱਧ ਆਕਾਰ ਦੇ ਵਿੱਚ ਪਾਈ ਜਾਂਦੀ ਹੈ, ਅਤੇ ਜੋ ਕਲਚਰਲ ਪੈਟਰਨ ਹੋ ਜਾਏਗਾ ਜਾਂ ਫਿਰ ਸੰਸਕ੍ਰਿਤਿਕ ਨਮੂਨਾ ਹੋ ਜਾਏਗਾ, ਉਹ ਉਸਦਾ ਆਕਾਰ ਵੱਡਾ ਹੋਏਗਾ, ਮਤਲਬ ਸਮੂਹ ਨਾਲੋਂ ਥੋੜਾ ਵੱਡਾ ਰਹੇਗਾ। ਇਸ ਲਈ ਸੰਸਕ੍ਰਿਤਿਕ ਨਮੂਨੇ ਨਾਲ ਹੀ ਸੰਸਕ੍ਰਿਤੀ ਦੀ ਜੀਵਨ ਸ਼ੈਲੀ ਦਾ ਨਿਰਮਾਣ ਹੁੰਦਾ ਹੈ। ਸੋ ਕੋਈ ਵੀ ਚੀਜ਼ ਦਾ ਜਦੋਂ ਨਿਰਮਾਣ ਹੋਣਾ ਸ਼ੁਰੂ ਹੁੰਦਾ ਹੈ ਜਾਂ ਜਦੋਂ ਉਹ ਕਿਸੇ ਰੂਪ ਦਾ ਆਕਾਰ ਜਾਂ ਫਿਰ ਕਿਸੇ ਰੂਪ ਦੇ ਫਾਰਮ ਦੇ ਵਿੱਚ ਕਿਸੇ ਚੀਜ਼ ਦਾ ਆਕਾਰ ਲੈ ਲੈਂਦਾ ਹੈ, ਤਦ ਉਹ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਜਾਂਦਾ ਹੈ। ਸੰਸਕ੍ਰਿਤਿਕ ਨਮੂਨੇ ਦਾ ਕੋਈ ਆਕਾਰ ਜਾਂ ਇਹ ਕਹਿ ਸਕਦੇ ਹਾਂ ਕਿ ਛੋਟੀਆਂ ਚੀਜ਼ਾਂ ਮਿਲ ਕੇ ਕੰਪਲੈਕਸ ਬਣਾਉਂਦੀਆਂ ਹਨ, ਅਤੇ ਜਦੋਂ ਉਹ ਵਿਅਕਤੀਆਂ ਦੇ ਜੀਵਨ ਦੇ ਵਿੱਚ ਚੀਜ਼ਾਂ ਯੂਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਫਿਰ ਇੱਕ ਨਮੂਨੇ ਦੇ ਵਜੋਂ, ਇੱਕ ਪੈਟਰਨ ਦੇ ਵਜੋਂ ਸਾਹਮਣੇ ਆਉਂਦੀਆਂ ਹਨ ਤਾਂ ਅਤੇ ਉਹ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੁੰਦਾ ਹੈ, ਤਾਂ ਉਸ ਨੂੰ ਸੰਸਕ੍ਰਿਤਿਕ ਨਮੂਨਾ ਕਿਹਾ ਜਾਂਦਾ ਹੈ।
ਇਸ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸੰਸਕ੍ਰਿਤਿਕ ਨਮੂਨੇ ਦਾ ਕੋਈ ਆਕਾਰ ਨਹੀਂ ਹੋਏਗਾ। नो डाउट कि मैं गल कर रही हाँ कि एक आकार दे विच फॉर्म दे विच बन जाता है, पर फिर भी इसका कोई आकार नहीं हुंदा, बल्कि ये तो लोकां दे दिलां अते व्यवहार दे विच वसिया होया हुंदा। क्योंकि जे एक व्यक्ति दूसरे नूं आदर दिंदा है, सम्मान दिंदा है, हथ जोड़ के विश करता है, तद वो एक तरह का व्यवहार होएगा, एक तरह का आदर होएगा जो लोकां दे दिलां दे अते व्यवहार दे विच वसिया होया हुंदा। जेकर व्यक्ति किसी होर समाज का अध्ययन कर रहा हुंदा है, तद वो अपनियां अखां ते दिमाग नाल संस्कृतिक नमूने नूं महसूस नहीं कर सकता, क्योंकि ये जो नमूना है ये एक तरह का वो बनया होया व्यवहार है, वो तरीका है जो व्यक्तियों के जीवन के उत्ते प्रभाव पाउंदा है। इस करके इन्हां नमूनिਆਂ ਨੂੰ की है, ये नमूने पाए जाते अते इन्हां ਨੂੰ महसूस नहीं कर सकते। इस तो बाद जदों लोकां ਨੂੰ पता चलता है कि उन्हां दा अध्ययन किया जा रहा है, तो वो किसी विशेष तरीके नाल व्यवहार करना शुरू कर देंगे। एक तरह जदों ऑब्जर्व किया जाता है लोकां ਨੂੰ, तद वो एक अलग जे ढंग दे नाल व्यवहार करना शुरू कर देंगे हैं, अते जदों कुछ समय बाद ये व्यवहार नियमित हो जाता है, तद वो एक सांस्कृतिक नमूना बन जाता है। इस करके जदों संस्कृतिक नमूना बनता है, तदों एक पैटर्न तैयार होता है जिसनों कल्चरल पैटर्न का नाम दिता जाता है। सो ये जो हैं संस्कृतिक डायमेंशन की गल हो रही है, ये संस्कृति का ही हिस्सा है। किसी का आकार छोटा है, किसी का मध आकार है, या किसी का आकार वड्डा है, क्योंकि जो संस्कृति है वो अपने आप दे विच एक बहुत विशाल चीज़ है। जिवें पहला भी ये चीज़ दसी सी, जिस दे विच ये कहा जाता है कि जो संस्कृति है वो एक व्यक्ति के व्यवहार को नियमित करती है, वो व्यक्ति के व्यवहार के उत्ते एक तरह का कंट्रोल रखती है, उसको नियंत्रण दे विच रखती है। क्योंकि जदों एक मनुख समाज दे विच रह के कुछ ना कुछ सीखता है या नवे नवे तरीकों को सीखता है, तदों वो समाज दे विच सही मनुख या सही प्राणी बनता है। अति सही प्राणी बनने का इत्थे अर्थ ये है कि समाज दे विच रह के वो बाकी लोकां नाल सही ढंग नाल गलबात करे, क्योंकि जो संस्कृति है वो समाजिक है। हुण समाजिक शब्द नूं संस्कृति नाल क्यों जोड़िया गया है? संस्कृति कदे भी किसी का कोई निजी चीज़ नहीं है, या यह व्यक्तिगत ना हो के समूहिक है। समूहिक नूं ही आपां समाजिक शब्द उसकी जगह ते समाजिक कह सकते हैं, क्योंकि ये सारे समाज दे विच पाई जाती है। भावें लोग वक्खो वक्खरियां जगह ते रहन, उन्हां दा व्यवहार वक्खो वक्खरा है, उन्हां दी शख्सियत वक्खो वक्खरी क्यों ना हो, वक्खो वक्खरी शख्सियत वाले लोग जदों समाज दे विच रहिंदे हन, विचरदे हन, तद की है उन्हां दे विच एक तरह का संबंध स्थापित हुंदा है जो एक संस्कृति नूं भी जन्म दिंदा है। क्योंकि संस्कृति दे विच समूह पाए जाते हैं, संस्कृति दे विच एक वो व्यवहार करन दा तरीका पाया जाता है जो अगे जाके कल्चरल डायमेंशनस का रूप ले लैंदा है। जिवें एक ऑगबर्न अते निमकॉफ दी परिभाषा सी, जिस दे विच उन्हां ने संस्कृति बारे की कहा है कि संस्कृति मनुखी वातावरण का वो हिस्सा है। हुण मनुखी वातावरण का एक हिस्सा कहा गया है। जदों एक मनुख समाज दे विच रहिंदा है, तो वो दूसरे नाल किस ढंग का व्यवहार करता है, या उस एनवायरमेंट के विच रह के जदों विचरदा है, तो उस संस्कृति भी उस एनवायरमेंट का ही हिस्सा बन जाती है। इस करके मनुखी वातावरण का वो हिस्सा है जिस विच वो सिर्फ पैदा होया है। इस दे विच छोटी छोटियां चीज़ां जिवें ट्रेट की गल कीती सी, या कॉम्पलैक्स या पैटर्न की गल कीती सी, वो सारियां चीज़ां आ जाण। उदाहरण के तौर पे संस्कृति विच इमारतां, संत, पाउण वालियां चीज़ां हो सकदियां हन, विज्ञान, कपड़े, धर्म, गलबात करन दा ढंग, भाषा, ये सारियां चीज़ां संस्कृति दे विच ही शामिल होणगियां, जिहड़ा एक व्यक्ति समाज दे विच रह के सिੱਖਦਾ है। अपने आप दे विच ये बहुत एक कॉम्पलैक्स
ਫਾਰਮ ਵੀ ਹੈ, ਇੱਕ ਗੁੰਝਲਦਾਰ ਵਿਸ਼ਾ ਵੀ ਹੈ ਸੰਸਕ੍ਰਿਤੀ, ਕਿਉਂਕਿ ਸੰਸਕ੍ਰਿਤੀ ਸਿੱਖੀ ਜਾਂਦੀ ਹੈ। ਹੁਣ ਇੱਕ ਵਿਅਕਤੀ, ਜੇ ਇੱਕ ਬੱਚਾ ਛੋਟਾ ਹੈ, ਉਹ ਕਿਤਾਬ ਚੱਕ ਕੇ ਚੀਜ਼ਾਂ ਨੂੰ ਕਿਵੇਂ ਸਿੱਖੇਗਾ? ਉਹ ਆਪਣੇ ਮਾਤਾ ਪਿਤਾ ਨੂੰ ਦੇਖੇਗਾ, ਉਹ ਆਪਣੇ ਆਂਢੀ ਗੁਆਂਢੀਆਂ ਨੂੰ ਦੇਖੇਗਾ, ਸਮਾਜ ਦੇ ਵਿੱਚ ਜਿਹੜੇ ਜਿਹੜੇ ਲੋਕ ਉਹਦੇ ਸਾਹਮਣੇ ਆਉਣਗੇ ਜਾਂ ਉਸਦੇ ਸੰਪਰਕ ਦੇ ਵਿੱਚ ਆਉਣਗੇ, ਉਹ ਸਾਰੇ ਹੀ ਲੋਕਾਂ ਨੂੰ ਦੇਖੇਗਾ। ਦੇਖ ਕੇ ਉਹਨਾਂ ਨੂੰ, ਦੇਖਣ ਦਾ ਇੱਥੇ ਅਰਥ ਇਹ ਹੈ ਕਿ ਉਹਨਾਂ ਨੂੰ ਆਬਜ਼ਰਵ ਕਰੇਗਾ। ਜਿਵੇਂ ਮਾਤਾ ਪਿਤਾ ਦਾ ਵਿਵਹਾਰ ਕਾਫੀ ਹੱਦ ਤੱਕ ਬੱਚਿਆਂ ਦੀ ਸ਼ਖਸੀਅਤ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈ, ਜਾਂ ਫਿਰ ਇੱਕ ਬੱਚਾ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਉਸੇ ਢੰਗ ਦਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਜਦੋਂ ਉਹ ਬੱਚਾ ਇੱਕ ਚੀਜ਼ ਸਿੱਖਦਾ ਹੈ, ਹੁਣ ਸਿੱਖਣ ਦਾ ਕਿ ਮਾਤਾ ਪਿਤਾ ਦੁਆਰਾ ਬੱਚੇ ਨੂੰ ਸਿਖਾਇਆ ਜਾਣਾ ਕਿ ਕਿਸ ਢੰਗ ਦਾ ਵਿਵਹਾਰ ਕਰਨਾ ਹੈ, ਛੋਟਿਆਂ ਨੂੰ ਪਿਆਰ ਕਰਨਾ ਹੈ, ਵੱਡਿਆਂ ਦਾ ਆਦਰ ਜਾਂ ਸਨਮਾਨ ਕਰਨਾ ਹੈ, ਜਾਂ ਜੇ ਕੋਈ ਘਰ ਆ ਰਿਹਾ ਹੈ ਕੋਈ ਮਹਿਮਾਨ ਤਾਂ ਉਸ ਦਾ ਕਿਵੇਂ ਰਿਗਾਰਡ ਕਰਨਾ ਹੈ, ਕੋਈ ਬਾਹਰ ਆਪਣੇ ਜੋ ਅਧਿਆਪਕ ਹਨ ਉਹਨਾਂ ਨੂੰ ਕਿਵੇਂ ਸਤਿਕਾਰ ਦੇਣਾ ਹੈ, ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸ ਢੰਗ ਦਾ ਵਿਵਹਾਰ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਹੀ ਸਮਾਜ ਦੁਆਰਾ ਸਿਖਾਈਆਂ ਜਾਂਦੀਆਂ ਹਨ। ਕਿਉਂਕਿ ਸਮਾਜ ਇੱਕ ਅਜਿਹੀ ਚੀਜ਼ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨਾਲ ਸੰਬੰਧ ਸਥਾਪਿਤ ਕਰਦਾ ਹੈ। ਹੁਣ ਦੇਖੋ, ਜੋ ਸੁਸਾਇਟੀ ਹੈ ਦੈਟ ਇਜ਼ ਅ ਵੈਬ ਆਫ ਸੋਸ਼ਲ ਰਿਲੇਸ਼ਨਸ਼ਿਪ, ਉਹ ਮਾਨਵ ਸੰਬੰਧਾਂ ਦਾ ਹੀ ਇੱਕ ਜਾਲ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਮੱਕੜੀ ਦਾ ਜਾਲ ਹੁੰਦਾ ਹੈ, ਇੱਕ ਸਪਾਈਡਰ ਦਾ ਵੈਬ ਹੁੰਦਾ ਹੈ। ਜੇ ਉਸਨੂੰ ਬੜੇ ਹੀ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਚੀਜ਼ਾਂ ਆਬਜ਼ਰਵ ਕੀਤੀਆਂ ਜਾਂਦੀਆਂ ਹਨ ਕਿ ਹਰ ਇੱਕ ਤਾਰ ਉਸ ਮੱਕੜੇ ਦੇ ਜਾਲ ਦੀ ਇੱਕ ਦੂਜੇ ਦੇ ਨਾਲ ਜੁੜੀ ਹੋਈ ਹੁੰਦੀ ਹੈ। ਬੜਾ ਹੀ ਕੰਪਲੈਕਸ ਫਾਰਮ, ਕੰਪਲੈਕਸ ਸਟਰਕਚਰ, ਬੜਾ ਹੀ ਗੁੰਝਲਦਾਰ ਢਾਂਚਾ ਦੇਖਣ ਨੂੰ ਮਿਲਦਾ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਹਰ ਇੱਕ ਤਾਰ ਦੂਜੇ ਨਾਲ ਜੁੜੀ ਹੋਈ ਹੋਏਗੀ ਤਾਂ ਕਿਤੇ ਨਾ ਕਿਤੇ ਗੁੱਛਾ ਵੀ ਬਣਿਆ ਹੋਏਗਾ। ਸੋ ਏਦਾਂ ਹੀ ਮਾਨਵ ਸਮਾਜ ਦੇ ਵਿੱਚ ਰਹਿੰਦਾ ਹੈ, ਏਦਾਂ ਹੀ ਇੱਕ ਮਨੁੱਖ ਸਮਾਜ ਦਾ ਹਿੱਸਾ ਬਣਦਾ ਹੈ, ਜਿਸ ਦੇ ਵਿੱਚ ਉਹ ਵੱਖੋ ਵੱਖਰੇ ਲੋਕਾਂ ਨਾਲ ਮਿਲਦਾ ਹੈ, ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਹੈ, ਅਤੇ ਉਹ ਵੱਖੋ ਵੱਖਰੇ ਸੱਭਿਆਚਾਰਕ ਤੱਤਾਂ ਨੂੰ ਦਾ ਵੀ ਆਦਾਨ ਪ੍ਰਦਾਨ ਕਰਦਾ ਹੈ। ਕਿਉਂਕਿ ਜੋ ਸੰਸਕ੍ਰਿਤੀ ਹੈ ਉਹ ਇੱਕ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਹੁਣ ਲੋੜਾਂ ਨੂੰ ਪੂਰਾ ਕਰਨ ਦਾ ਇੱਥੇ ਅਰਥ ਇਹ ਹੈ ਕਿ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਜਾਂ ਲੋੜਾਂ ਇੱਕ ਵਿਅਕਤੀ ਉਤਪੰਨ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਕੁਦਰਤੀ ਤੌਰ ਦੇ ਉੱਤੇ ਜ਼ਰੂਰਤਾਂ ਜਾਂ ਮੁੱਢਲੀਆਂ ਲੋੜਾਂ, ਜਿਸ ਦੇ ਵਿੱਚ ਪਾਉਣ ਲਈ ਕੱਪੜੇ ਜਾਂ ਤਨ ਢੱਕਣ ਲਈ ਕੱਪੜੇ, ਪੇਟ ਭਰਨ ਵਾਸਤੇ ਰੋਟੀ, ਜਾਂ ਸਿਰ ਜਾਂ ਸਿਰ ਢੱਕਣ ਲਈ ਛੱਤ ਹੋਣੀ ਚਾਹੀਦੀ। ਸੋ ਜਿਵੇਂ ਹੀ ਇਹ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਇੱਕ ਮਨੁੱਖ ਨਵੀਆਂ ਲੋੜਾਂ ਵੱਲ ਭੱਜਦਾ ਹੈ। ਸੋ ਇਹ ਨਵੀਆਂ ਲੋੜਾਂ ਕਿਵੇਂ ਉਤਪੰਨ ਹੁੰਦੀਆਂ ਹਨ? ਜਿਵੇਂ ਹੀ ਇੱਕ ਮਨੁੱਖ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਉਹ ਨਵੀਆਂ ਲੋੜਾਂ ਦੇ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ, ਅਤੇ ਇੱਕ ਮਨੁੱਖ ਸਮਾਜ ਦਾ ਇੱਕ ਵਧੀਆ ਪ੍ਰਾਣੀ ਬਣ ਕੇ ਨਿਕਲਦਾ ਹੈ, ਕਿਉਂਕਿ ਉਹ ਸੰਘਰਸ਼ ਕਰਦਾ ਹੈ, ਉਹ ਸਮਾਜ ਦੇ ਵਿੱਚ ਰਹਿ ਕੇ ਸਰਵਾਈਵ ਕਰਦਾ ਹੈ। ਇਹ ਸਰਵਾਈਵ ਕਿਸ ਢੰਗ ਨਾਲ ਕਰੇਗਾ? ਜਦੋਂ ਉਸਦੇ ਕੋਲ ਸੰਸਕ੍ਰਿਤੀ ਹੋਈ, ਜਦੋਂ ਛੋਟੇ ਛੋਟੇ ਸੰਸਕ੍ਰਿਤਿਕ ਤੱਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਏਗਾ, ਜਦੋਂ ਉਹ ਤੱਤਾਂ ਨੂੰ ਮਿਲਾ ਕੇ ਇੱਕ ਸੰਸਕ੍ਰਿਤਿਕ ਸਮੂਹ ਦਾ ਨਿਰਮਾਣ ਕਰੇਗਾ, ਅਤੇ ਉਹ ਸੰਸਕ੍ਰਿਤਿਕ ਸਮੂਹ ਦੇ ਵਿੱਚ ਰਹਿ ਕੇ ਇੱਕ ਨਮੂਨਾ ਬਣ ਕੇ ਅੱਗੇ ਨਿਕਲੇਗਾ, ਤਦੋਂ ਉਹ ਸਮਾਜ ਦੇ ਵਿੱਚ ਇੱਕ ਸਮਾਜ ਦਾ ਵੀ ਨਿਰਮਾਣ ਕਰੇਗਾ, ਤੇ ਜਿਸ ਦਾ ਅਰਥ ਸੰਸਕ੍ਰਿਤੀ ਦੇ ਜੋ ਡਾਇਮੈਂਸ਼ਨਸ ਹੈ, ਜੋ ਮਾਪਦੰਡ ਹੈ ਜਾਂ ਉਹਦੇ ਤੋਂ ਪੱਖ ਹੈ, ਉਹਦੇ ਵਜੋਂ ਲਿੱਤਾ ਜਾਂਦਾ ਹੈ। ਸੋ ਜਦੋਂ ਇੱਕ ਸੰਸਕ੍ਰਿਤੀ ਦੇ ਵਿੱਚ ਵਿਅਕਤੀ ਹਿੱਸਾ ਜਾਂ ਫਿਰ ਸੰਸਕ੍ਰਿਤੀ ਦਾ ਹਿੱਸਾ ਬਣ ਜਾਂਦਾ ਹੈ, ਤਾਂ ਸੰਸਕ੍ਰਿਤੀ ਨੂੰ ਆਪਣੇ ਅਨੁਸਾਰ ਢਾਲ ਲੈਂਦਾ ਹੈ, ਜਾਂ ਸੰਸਕ੍ਰਿਤੀ ਢਲਦੀ ਹੈ, ਜਿਸ ਦੇ ਵਿੱਚ ਸੰਸਕ੍ਰਿਤੀ ਹਮੇਸ਼ਾ ਢਲਦੀ ਹੈ, ਕਿਉਂਕਿ ਸੰਸਕ੍ਰਿਤੀ ਨੂੰ ਬਾਹਰਲੀ ਸ਼ਕਤੀਆਂ ਦੇ ਵਿਰੁੱਧ ਵੀ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਕੁਝ ਅੰਦਰੂਨੀ ਸ਼ਕਤੀਆਂ ਦੇਖਣ ਨੂੰ ਮਿਲਦੀਆਂ ਹਨ, ਕੁਝ ਬਾਹਰਲੀ ਸ਼ਕਤੀ। ਉਦਾਹਰਨ ਦੇ ਤੌਰ ਤੇ ਭਾਰਤ ਦੇ ਵਿੱਚ ਕਈ ਹਮਲਾਵਰਾਂ ਨੇ ਹਮਲਾ ਕੀਤਾ, ਕੁਝ ਚੀਜ਼ਾਂ ਭਾਰਤ ਤੋਂ ਖੋ ਕੇ ਲੈ ਗਏ, ਅਤੇ ਕੁਝ ਚੀਜ਼ਾਂ ਭਾਰਤ ਨੂੰ ਦੇ ਗਏ ਜਾਂ ਭਾਰਤ ਦੇ ਵਿੱਚ ਹੀ ਛੱਡ ਗਏ। ਸੋ ਉਹ ਜਦੋਂ ਚੀਜ਼ਾਂ ਭਾਰਤ ਦੇ ਲੋਕਾਂ ਨੇ ਅਪਣਾਉਣੀਆਂ ਸ਼ੁਰੂ ਕੀਤੀਆਂ, ਭਾਵੇਂ ਉਹ ਸਿੱਖਿਆ ਹੈ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਸਿੱਖੀ ਹੋਈ ਪ੍ਰਕਿਰਿਆ ਹੈ ਜੋ ਸੰਸਕ੍ਰਿਤੀ ਦਾ ਹੀ ਹਿੱਸਾ ਹੈ। ਪਹਿਰਾਵਾ ਹੋ ਸਕਦਾ ਹੈ, ਭਾਸ਼ਾ, ਅੰਗਰੇਜ਼ੀ ਭਾਸ਼ਾ, ਜਾਂ ਜਦੋਂ ਮੁਗਲਾਂ ਨੇ ਹਮਲਾ ਕੀਤਾ, ਸੋ ਉਸ ਟਾਈਮ ਉਹਨਾਂ ਦਾ ਪਹਿਰਾਵਾ, ਗਹਿਣੇ, ਉਹਨਾਂ ਦੀ
ਜੋ ਰਹਿਣ ਸਹਿਣ ਦਾ ਢੰਗ ਸੀ, ਉਹ ਸਭ ਕੁਝ ਹੀ ਇੱਕ ਮਨੁੱਖ ਨੇ ਸਮਾਜ ਦੇ ਵਿੱਚ, ਸੰਸਕ੍ਰਿਤੀ ਦੇ ਵਿੱਚ ਰਹਿ ਕੇ ਉਹਨਾਂ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕੀਤਾ। ਅਤੇ ਜਦੋਂ ਉਹ ਸੰਸਕ੍ਰਿਤਿਕ ਤੱਤਾਂ ਨੂੰ ਇੱਕ ਮਨੁੱਖ ਨੇ ਅਪਣਾਉਣਾ ਸ਼ੁਰੂ ਕਰਤਾ, ਤਦੋਂ ਉਹ ਸਮਾਜ ਦੇ ਵਿੱਚ ਸੰਸਕ੍ਰਿਤਿਕ ਤੱਤਾਂ ਦਾ ਵੀ ਆਦਾਨ ਪ੍ਰਦਾਨ ਉਸਨੇ ਕਰਨਾ ਸ਼ੁਰੂ ਕਰਤਾ। ਇਸ ਕਰਕੇ ਜਿਵੇਂ ਇਤਿਹਾਸ ਦੀ ਜੇ ਗੱਲ ਹੀ ਕਿਉਂ ਨਾ ਕਰੀਏ, ਸੋ ਸਮਾਜ ਸ਼ਾਸਤਰ ਦਾ ਜਿਵੇਂ ਇਤਿਹਾਸ ਨਾਲ ਬੜਾ ਹੀ ਡੂੰਘਾ ਸੰਬੰਧ ਹੈ, ਜੋ ਸੰਸਕ੍ਰਿਤੀ ਦੇ ਉੱਤੇ ਵੀ ਆਧਾਰਿਤ ਹੈ। ਸੋ ਜਦੋਂ ਹੜੱਪਾ ਸਿਵਲਾਈਜੇਸ਼ਨ ਦਾ ਜੇ ਆਪਾਂ ਗੱਲ ਕਰੀਏ, ਜਾਂ ਫਿਰ ਮੋਹਨਜੋਦਾੜੋ ਦੀ ਗੱਲ ਕਰਦੇ ਹਾਂ, ਸੋ ਵੱਖੋ ਵੱਖਰੇ ਸਮੇਂ ਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਜੋ ਅਲੋਪ ਹੋ ਚੁੱਕੀਆਂ ਸਨ, ਉਹ ਮਿਲੀਆਂ। ਕਿਤੇ ਕੋਈ ਪੁਸ਼ਤੈਨੀ ਚੀਜ਼ ਮਿਲੀ, ਕਿਤੇ ਕੋਈ ਇਮਾਰਤ ਮਿਲੀ, ਕੋਈ ਇਹੋ ਜਿਹਾ ਮੋਨੂਮੈਂਟ ਮਿਲਿਆ ਜਿਸ ਨੂੰ ਸੰਭਾਲ ਕੇ ਰੱਖਿਆ ਗਿਆ, ਜਿਸ ਨੂੰ ਸੰਸਕ੍ਰਿਤੀ ਦਾ ਇੱਕ ਹਿੱਸਾ ਮੰਨਿਆ ਗਿਆ। ਅਤੇ ਉਹ ਜਦੋਂ ਉਸਨੂੰ ਸਹੀ ਢੰਗ ਦੇ ਵਿੱਚ ਲਿਆ ਕੇ ਇੱਕ ਨਮੂਨਾ ਤਿਆਰ ਕਰ ਦਿੱਤਾ ਗਿਆ, ਤਾਂ ਦੂਰ ਦੂਰ ਤੋਂ ਲੋਕ ਉਸ ਚੀਜ਼ ਨੂੰ ਦੇਖਣ ਲਈ ਆਉਂਦੇ ਹਨ। ਉਦਾਹਰਨ ਦੇ ਤੌਰ ਤੇ ਇੱਕ ਤਾਜ ਮਹਿਲ ਦੀ ਗੱਲ ਹੀ ਕਿਉਂ ਨਾ ਕਰ ਲਈਏ, ਕੁਤਬ ਮੀਨਾਰ ਦੀ ਗੱਲ ਕਿਉਂ ਨਾ ਕਰ ਲਈਏ, ਜਾਂ ਵੱਖੋ ਵੱਖਰੇ ਅਜਿਹੇ ਕਿਲੇ ਹਨ ਜਿਵੇਂ ਗੋਬਿੰਦਗੜ੍ਹ ਕਿਲਾ ਹੈ, ਜਾਂ ਪੰਜਾਬ ਦੇ ਵਿੱਚ ਚੱਪੜਚਿੜੀ ਹੈ, ਜਿੱਥੇ ਰਾਜਿਆਂ ਦੇ ਵਿੱਚ ਯੁੱਧ ਹੋਇਆ ਸੀ। ਸੋ ਉਹ ਸਾਰੀਆਂ ਚੀਜ਼ਾਂ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਸਭ ਕੁਝ ਹੀ ਸੰਸਕ੍ਰਿਤੀ ਦਾ ਹਿੱਸਾ ਹੈ। ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ, ਭਾਵੇਂ ਕੋਈ ਔਜ਼ਾਰ ਹੋਵੇ, ਕੱਪੜੇ ਹੋਣ, ਜਾਂ ਕੋਈ ਸੰਦ ਹੋ ਸਕਦਾ ਹੈ, ਜਾਂ ਫਿਰ ਕੋਈ ਗਹਿਣਾ ਜਾਂ ਭਾਂਡਾ ਹੀ ਕਿਉਂ ਨਾ ਹੋ। ਸੋ ਇਹ ਸਾਰੀਆਂ ਚੀਜ਼ਾਂ ਨੂੰ, ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾਂਦਾ ਹੈ, ਤਦ ਉਹ ਸੰਸਕ੍ਰਿਤੀ ਦਾ ਹਿੱਸਾ ਹੀ ਹੁੰਦੇ ਹਨ। ਅਤੇ ਸੰਸਕ੍ਰਿਤੀ ਨੂੰ ਬਚਾਉਣਾ, ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵਿਸ਼ੇਸ਼ਕ ਕਿਹਾ ਜਾਏਗਾ, ਉਹਨਾਂ ਚੀਜ਼ਾਂ ਨੂੰ ਇਕੱਠਾ ਕਰਨਾ ਸੰਸਕ੍ਰਿਤਿਕ ਸਮੂਹ ਜਾਂ ਕਲਚਰਲ ਕੰਪਲੈਕਸ ਕਿਹਾ ਜਾਏਗਾ। ਅਤੇ ਇੱਕ ਚੀਜ਼ ਤਿਆਰ ਕਰਨੀ, ਇੱਕ ਚੀਜ਼ ਅੱਗੇ ਬਣਾਉਣੀ, ਉਸਨੂੰ ਪੈਟਰਨ ਦਾ ਨਾਮ ਦਿੱਤਾ ਜਾਏਗਾ। ਸੋ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਪੈਟਰਨ ਨੂੰ, ਇਸ ਤਰ੍ਹਾਂ ਦੇ ਨਮੂਨੇ ਨੂੰ ਸਵੀਕਾਰ ਕਰਦੇ ਹਨ, ਫੋਲੋ ਕਰਦੇ ਹਨ, ਤੇ ਇੱਕ ਵੱਖਰੇਵੇਂ ਢੰਗ ਦਾ ਹੀ ਵਿਵਹਾਰ ਦੂਸਰੇ ਲੋਕਾਂ ਨਾਲ ਸਮਾਜ ਦੇ ਵਿੱਚ ਕੀਤਾ ਜਾਂਦਾ ਹੈ। ਇੱਕ ਬਹੁਤ ਸਰਲ ਜੀ ਉਦਾਹਰਨ ਇੱਥੇ ਦੇਵਾਂਗੀ, ਜਿਸ ਦੇ ਨਾਲ ਸਾਰੀਆਂ ਹੀ ਡਾਇਮੈਂਸ਼ਨਸ ਜਾਂ ਸੰਸਕ੍ਰਿਤੀ ਦੇ ਪੱਖ ਸਹੀ ਢੰਗ ਦੇ ਨਾਲ ਇਸ ਨੂੰ ਸਮਝ ਸਕਾਂਗੇ। ਇੱਕ ਜੋ ਕੁਮਾਰ ਹੈ, ਜੋ ਇੱਕ ਘੜਾ ਬਣਾਉਂਦਾ ਹੈ, ਉਹਦਾ ਜੋ ਉਹ ਮਿੱਟੀ ਇਕੱਠੀ ਕਰਦਾ ਹੈ, ਜਾਂ ਜੋ ਇੱਕ ਮਿੱਟੀ ਹੈ, ਉਸਨੂੰ ਕਲਚਰਲ ਟ੍ਰੇਟ ਦਾ ਨਾਮ ਦਿੱਤਾ ਜਾਏਗਾ, ਕਿਉਂਕਿ ਉਹ ਇੱਕ ਛੋਟੀ ਚੀਜ਼ ਹੈ। ਉਸਨੂੰ ਅੱਗੇ ਕਿਵੇਂ ਵੰਡਿਆ ਜਾਏਗਾ, ਉਹਦੇ ਨਾਲ ਹੀ ਉਹ ਇੱਕ ਛੋਟਾ ਘੜਾ ਤਿਆਰ ਹੋਏਗਾ। ਉਸ ਤੋਂ ਇਲਾਵਾ ਪਾਣੀ ਰੱਖਿਆ ਹੋਇਆ ਹੈ, ਪਾਣੀ ਹੈ, ਮਿੱਟੀ ਹੈ, ਉਸ ਇੱਕ ਔਜ਼ਾਰ ਦੇ ਉੱਤੇ ਜਦੋਂ ਇੱਕ ਨਮੂਨਾ ਤਿਆਰ ਹੋਏਗਾ, ਉਹ ਔਜ਼ਾਰ ਹੈ। ਸੋ ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਟ੍ਰੇਡ ਕਿਹਾ ਜਾਏਗਾ, ਅਤੇ ਇਹਨਾਂ ਚੀਜ਼ਾਂ ਦੇ ਇਕੱਠ ਨੂੰ ਕੰਪਲੈਕਸ ਕਿਹਾ ਜਾਏਗਾ, ਇਹਨਾਂ ਚੀਜ਼ਾਂ ਦੇ ਇਕੱਠ ਨੂੰ ਸਮੂਹ ਕਿਹਾ ਜਾਏਗਾ। ਤੇ ਜਦੋਂ ਇੱਕ ਕੁਮਹਾਰ ਉਹ ਘੜੇ ਨੂੰ ਉਸ ਔਜ਼ਾਰ ਦੇ ਉੱਤੇ ਰੱਖ ਕੇ ਬਣਾਏਗਾ, ਆਪਣੇ ਹੱਥਾਂ ਨਾਲ ਉਸਨੂੰ ਇੱਕ ਆਕਾਰ ਦੇਏਗਾ, ਇੱਕ ਰੂਪ ਦੇਏਗਾ, ਪਾਣੀ ਦਾ ਇਸਤੇਮਾਲ ਕਰੇਗਾ, ਮਿੱਟੀ ਦਾ ਇਸਤੇਮਾਲ ਕਰੇਗਾ, ਤੇ ਕੁਝ ਅਜਿਹੇ ਔਜ਼ਾਰਾਂ ਦਾ ਜਾਂ ਅਜਿਹੀ ਤਕਨੀਕ ਦਾ ਇਸਤੇਮਾਲ ਕਰੇਗਾ ਕਿ ਇੱਕ ਬੜਾ ਹੀ ਖੂਬਸੂਰਤ ਭਾਂਡਾ ਜਾਂ ਇੱਕ ਖੂਬਸੂਰਤ ਘੜਾ ਬਣ ਕੇ ਸਾਹਮਣੇ ਆਏਗਾ। ਉਸਨੂੰ ਸੁਕਾਇਆ ਜਾਏਗਾ ਧੁੱਪ ਦੇ ਵਿੱਚ, ਤੇ ਉਸਨੂੰ ਜਦੋਂ ਵਰਤਿਆ ਜਾਏਗਾ ਜ਼ਿੰਦਗੀ ਦੇ ਵਿੱਚ, ਤਦ ਉਸਨੂੰ ਇੱਕ ਕਲਚਰਲ ਪੈਟਰਨ ਦਾ ਨਾਮ ਦਿੱਤਾ ਜਾਂਦਾ, ਉਸਨੂੰ ਇੱਕ ਸੰਸਕ੍ਰਿਤਿਕ ਨਮੂਨੇ ਦਾ ਨਾਮ ਦਿੱਤਾ ਜਾਂਦਾ, ਕਿਉਂਕਿ ਉਹ ਇੱਕ ਨਮੂਨਾ ਬਣ ਕੇ ਤਿਆਰ ਹੋਇਆ ਹੈ, ਜੋ ਸਮਾਜ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਵੀ ਹਿੱਸਾ ਬਣਿਆ ਹੈ। ਕਿਉਂਕਿ ਜੋ ਕਲਚਰਲ ਟ੍ਰੇਟ ਹੈ, ਜੋ ਸੰਸਕ੍ਰਿਤਿਕ ਵਿਸ਼ੇਸ਼ਕ ਹੈ, ਉਹ ਸੰਸਕ੍ਰਿਤਿਕ ਨਮੂਨੇ ਨੂੰ ਵੀ ਜਨਮ ਦਿੰਦਾ ਹੈ। ਸੋ ਜਦੋਂ ਵਿਸ਼ੇਸ਼ਕ ਦੇ ਸਮੂਹ ਦਾ ਸੰਗਠਨ ਵੱਡਾ ਹੋ ਜਾਂਦਾ ਹੈ, ਤਦ ਕੀ ਹੈ, ਇਸ ਦਾ ਕੋਈ ਆਕਾਰ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਇਹ ਲੋਕਾਂ ਦੇ ਦਿਲਾਂ ਦੇ ਵਿੱਚ, ਉਸਦੇ ਵਿਵਹਾਰ, ਉਹਨਾਂ ਦੇ ਵਿਵਹਾਰ ਦੇ ਵਿੱਚ ਵਸਿਆ ਹੋਇਆ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇ ਕੋਈ ਮੈਚ ਚੱਲਦਾ ਹੈ, ਤੇ ਜਦੋਂ ਇੱਕ ਟੀਮ ਮੈਚ ਜਿੱਤ ਜਾਂਦੀ ਹੈ, ਤਦ ਉਸਨੂੰ ਇੱਕ ਨਮੂਨੇ ਦਾ ਨਾਮ ਦਿੱਤਾ ਜਾਏਗਾ, ਇੱਕ ਪੈਟਰਨ ਦਾ ਨਾਮ ਦਿੱਤਾ ਜਾਏਗਾ, ਜਿਸ ਨੂੰ ਹੱਥ ਲਾ ਕੇ ਫੜਿਆ ਨਹੀਂ ਜਾਏਗਾ, ਸਿਰਫ ਉਹ ਜਿੱਤ ਨੂੰ ਮਹਿਸੂਸ ਕੀਤਾ ਜਾਏਗਾ। ਇਸ ਕਰਕੇ ਸੰਸਕ੍ਰਿਤਿਕ ਨਮੂਨੇ ਨਾਲ ਸੰਸਕ੍ਰਿਤੀ ਦੀ ਜੀਵਨ ਸ਼ੈਲੀ ਦਾ ਨਿਰਮਾਣ ਹੁੰਦਾ ਹੈ। ਲੋਕ ਉਸ ਨਮੂਨੇ ਦੇ ਨਿਯਮਾਂ ਦਾ ਪਾਲਨ ਕਰਦੇ ਹਨ, ਉਸ ਨਮੂਨੇ ਦੇ
ਰੂਪ ਦੇ ਵਿੱਚ ਕੀ ਹੈ ਵਿਵਹਾਰ ਕਰਦੇ ਹਨ, ਬਿਹੇਵ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਜਾਂ ਆਪਣੇ ਜੀਵਨ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਢਾਲ ਲੈਂਦੇ ਹਨ ਜਾਂ ਆਪਣੀ ਜ਼ਿੰਦਗੀ ਨੂੰ ਉੱਦਾਂ ਹੀ ਵਧੀਆ ਬਣਾ ਲੈਂਦੇ ਹਨ। ਸੋ ਜੋ ਸੰਸਕ੍ਰਿਤੀ ਹੈ, ਕਿਉਂਕਿ ਇਹ ਸੰਸਕ੍ਰਿਤੀ ਦੇ ਨਾਲ ਹੀ ਚੀਜ਼ਾਂ ਜੁੜੀਆਂ ਹੋਈਆਂ ਹਨ, ਸੰਸਕ੍ਰਿਤੀ ਕਿਰਿਆਵਾਂ ਦੁਆਰਾ ਅੱਗੇ ਵੱਧਦੀ ਹੈ। ਸੋ ਵੱਖੋ ਵੱਖਰੇ ਲੋਕ ਜੋ ਸੰਸਕ੍ਰਿਤੀ ਦਾ ਜਾਂ ਜੋ ਸਮਾਜ ਦਾ ਹਿੱਸਾ ਹੁੰਦੇ ਹਨ, ਉਹ ਸੰਸਕ੍ਰਿਤੀ ਦਾ ਵੀ ਹਿੱਸਾ ਬਣ ਜਾਂਦੇ ਹਨ ਅਤੇ ਉਹ ਅੰਤਰ ਕਿਰਿਆਵਾਂ ਕਰਦੇ ਹਨ। ਜਦੋਂ ਅੰਤਰ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਤਾਂ ਇੱਕ ਮਨੁੱਖ ਦੂਜੇ ਨਾਲ ਗੱਲਬਾਤ ਕਰਦਾ ਹੈ, ਦੂਸਰੇ ਵਿਅਕਤੀ ਨਾਲ ਮੇਲ ਜੋਲ ਰੱਖਦਾ ਹੈ, ਉਸ ਨਾਲ ਰਹਿੰਦਾ ਹੈ। ਹੁਣ ਮੇਲ ਜੋਲ ਰੱਖਣ ਦਾ ਇੱਥੇ ਅਰਥ ਹੈ ਕਿ ਜਿਵੇਂ ਇੱਕ ਪਰਿਵਾਰ ਦਾ ਜੇ ਉਦਾਹਰਨ ਲੈ ਲਈਏ ਤਾਂ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋਣਗੇ, ਬੱਚੇ, ਮਾਤਾ ਪਿਤਾ, ਉਹਨਾਂ ਦੇ ਬੱਚੇ, ਦਾਦਾ ਦਾਦੀ ਜਾਂ ਨੌਕਰ ਹੀ ਕਿਉਂ ਨਾ ਹੋਵੇ, ਸੋ ਸਾਰੇ ਆਪਸ ਦੇ ਵਿੱਚ ਅੰਤਰ ਕਿਰਿਆਵਾਂ ਕਰਦੇ ਹਨ। ਇਕੱਠੇ ਖਾਣਾ ਪੀਣਾ, ਸੌਣਾ, ਉੱਠਣਾ, ਟੀਵੀ ਦੇਖਣਾ, ਗੱਲਬਾਤ ਕਰਨੀ, ਸ਼ਾਮ ਦੀ ਚਾਹ ਪੀਣੀ, ਕਿਤੇ ਬਾਹਰ ਘੁੰਮਣ, ਇੱਕੋ ਗੱਡੀ ਦੇ ਵਿੱਚ ਇਕੱਠੇ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇਹ ਅਨੁਭਵ ਲਗਾਇਆ ਜਾ ਸਕਦਾ ਹੈ ਕਿ ਲੋਕ ਇੱਕ ਸਮੂਹ ਦੇ ਵਿੱਚ ਰਹਿ ਕੇ ਅੰਤਰ ਕਿਰਿਆਵਾਂ ਇਕੱਠੀਆਂ ਕਰਦੇ ਹਨ, ਉਹਨਾਂ ਦੇ ਵਿੱਚ ਕਾਫੀ ਕੁਝ ਸਾਂਝਾ ਹੁੰਦਾ ਹੈ, ਉਹ ਇੱਕ ਤਰ੍ਹਾਂ ਦੀ ਏਕਤਾ ਦਾ ਨਿਰਮਾਣ ਕਰਦੇ ਹਨ ਤੇ ਨਾਲ ਨਾਲ ਅਸੀਂ ਦੀ ਭਾਵਨਾ ਦਾ ਵੀ ਨਿਰਮਾਣ ਕਰਦੇ ਹਨ। ਜੋ ਸੰਸਕ੍ਰਿਤੀ ਹੈ ਉਹ ਸਮਾਜਿਕ ਵਿਵਸਥਾ ਨੂੰ ਵੀ ਬਣਾ ਕੇ ਰੱਖਦੀ ਹੈ। ਹੁਣ ਕਿਉਂਕਿ ਜੋ ਇਹ ਟ੍ਰੇਟ ਹੈ, ਕੰਪਲੈਕਸ ਜਾਂ ਪੈਟਰਨ ਹੈ, ਇਹ ਇੱਕ ਤਰ੍ਹਾਂ ਦੀ ਵਿਵਸਥਾ ਦੇ ਰੂਪ ਦੇ ਵਿੱਚ ਵੀ ਹੈ, ਕਿਉਂਕਿ ਜਦੋਂ ਲੋਕ ਵੱਖ-ਵੱਖ ਕਿਰਿਆਵਾਂ ਕਰਨਗੇ ਅਤੇ ਉਹ ਕਿਰਿਆਵਾਂ ਨੂੰ ਸੰਚਾਲਿਤ ਕੀਤਾ ਜਾਏਗਾ ਅਤੇ ਸਮਾਜ ਦੇ ਮੈਂਬਰਾਂ ਦੇ ਦੁਆਰਾ ਜਾਂ ਮੁਤਾਬਿਕ ਕੰਮ ਦੇ ਵਿੱਚ ਲਿਆਇਆ ਜਾਏਗਾ, ਤਦੋਂ ਇੱਕ ਪੈਟਰਨ ਤਿਆਰ ਹੋਏਗਾ, ਤਦੋਂ ਇੱਕ ਨਮੂਨਾ ਤਿਆਰ ਹੋਏਗਾ ਜੋ ਵਿਅਕਤੀ ਦੀ ਜਾਂ ਵਿਅਕਤੀਆਂ ਦੀਆਂ, ਸਮਾਜ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਸੋ ਸਮਾਜਿਕ ਸੰਬੰਧ ਜਿਹੜੇ ਕਿ ਸਾਰੇ ਸਮਾਜ ਦਾ ਨਿਰਮਾਣ ਕਰਦੇ ਹਨ, ਉਹ ਵੀ ਸੰਸਕ੍ਰਿਤੀ ਦੇ ਦੁਆਰਾ ਹੀ ਨਿਰਦੇਸ਼ਿਤ ਕੀਤੇ ਜਾਂਦੇ ਹਨ, ਜਿਸ ਨਾਲ ਸਾਡੀ ਜੋ ਸਮਾਜਿਕ ਵਿਵਸਥਾ ਹੈ ਉਹ ਵੀ ਕਾਇਮ ਰਹਿੰਦੀ ਹੈ। ਸਮਾਜ ਦੇ ਵਿੱਚ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਹਰ ਇੱਕ ਮਨੁੱਖ, ਹਰ ਇੱਕ ਵਿਅਕਤੀ ਸੰਸਕ੍ਰਿਤੀ ਦਾ ਸਹਾਰਾ ਲਏਗਾ ਅਤੇ ਉਸਨੂੰ ਸੰਸਕ੍ਰਿਤਿਕ ਵਿਅਕਤੀ ਹੀ ਕਿਹਾ ਜਾਏਗਾ, ਕਿਉਂਕਿ ਜਦੋਂ ਉਹ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਅੰਤਰ ਕਿਰਿਆਵਾਂ ਕਰੇਗਾ ਜਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਜਾਂ ਫਿਰ ਉਹ ਮਿਹਨਤ ਕਰੇਗਾ, ਤਰੱਕੀ ਕਰੇਗਾ, ਤਦੋਂ ਉਹ ਕੀ ਹੈ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਜਾਏਗਾ। ਅਤੇ ਇਸ ਤੋਂ ਇਲਾਵਾ ਸੰਸਕ੍ਰਿਤੀ ਦੇ ਜਿਹੜੇ ਤੱਤ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਹਨ, ਉਹ ਵੀ ਉਹਨਾਂ ਦੀ ਜਗ੍ਹਾ ਕੀ ਹੈ ਨਵੇਂ ਤੱਤ ਲੈ ਲੈਂਦੇ ਹਨ ਜਾਂ ਫਿਰ ਉਹ ਕਿਤੇ ਨਾ ਕਿਤੇ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਪੁਰਾਤਨ ਸਮਾਜ ਦੇ ਵਿੱਚ ਜਿਵੇਂ ਜਾਤੀ ਪ੍ਰਥਾ ਸੀ ਜਾਂ ਸਤੀ ਪ੍ਰਥਾ ਹੁੰਦੀ ਸੀ, ਸੋ ਉਹ ਸਾਰੀਆਂ ਚੀਜ਼ਾਂ ਦੀ ਜਗ੍ਹਾ ਹੁਣ ਨਵੀਆਂ ਪ੍ਰਥਾਵਾਂ ਨੇ ਲੈ ਲਈ, ਜਿਸ ਦੇ ਨਾਲ ਸਮਾਜ ਦੀ ਜੋ ਵਿਵਸਥਾ ਹੈ ਉਹ ਵੀ ਨਵੀਂ ਬਣ ਗਈ। ਸੋ ਨਵੀਂ ਵਿਵਸਥਾ ਬਣਨ ਦੇ ਨਾਲ ਕੀ ਹੈ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਆਉਣਗੇ, ਜਿਸ ਦੇ ਨਾਲ ਸੰਸਕ੍ਰਿਤਿਕ ਪਰਿਵਰਤਨ ਵੀ ਦੇਖਣ ਨੂੰ ਮਿਲਣਗੇ। ਸੰਸਕ੍ਰਿਤਿਕ ਵਿਸ਼ੇਸ਼ਕ ਦੇ ਵਿੱਚ ਪਰਿਵਰਤਨ ਆਉਣਗੇ, ਸੰਸਕ੍ਰਿਤਿਕ ਵਿਵਹਾਰ ਦੇ ਵਿੱਚ ਜੋ ਇੱਕ ਸੰਸਕ੍ਰਿਤਿਕ ਨਮੂਨੇ ਵਜੋਂ ਵੀ ਅੱਗੇ ਆਉਂਦਾ ਹੈ, ਸੰਸਕ੍ਰਿਤਿਕ ਸਮੂਹਾਂ ਦੇ ਵਿੱਚ ਪਰਿਵਰਤਨ ਆਉਣਗੇ, ਕਲਚਰਲ ਕੰਪਲੈਕਸ ਦੇ ਵਿੱਚ ਵੀ ਕਾਫੀ ਚੇਂਜਸ ਦੇਖਣ ਨੂੰ ਮਿਲਣਗੀਆਂ, ਕਿਉਂਕਿ ਜੋ ਪਰਿਵਰਤਨ ਹੈ ਉਹ ਇੱਕ ਤਰ੍ਹਾਂ ਦਾ ਕੁਦਰਤ ਦਾ ਨਿਯਮ ਹੈ, ਜਿਸ ਦੇ ਨਾਲ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਸੰਸਕ੍ਰਿਤੀ ਵੱਖੋ ਵੱਖਰੀ ਸੰਸਕ੍ਰਿਤੀ ਪਾਈ ਜਾਂਦੀ ਹੈ ਅਤੇ ਵਿਅਕਤੀ ਆਪਣੇ ਰਹਿਣ ਸਹਿਣ ਦਾ ਢੰਗ, ਖਾਣ ਪੀਣ ਦਾ ਢੰਗ, ਬੋਲਚਾਲ ਆਪਣੇ ਵਾਤਾਵਰਣ ਦੇ ਅਨੁਸਾਰ ਹੀ ਢਾਲ ਲੈਂਦਾ ਹੈ। ਸੋ ਜਦੋਂ ਹਰ ਇੱਕ ਸਮਾਜ ਦੇ ਵਿੱਚ ਸੰਸਕ੍ਰਿਤੀ ਵੱਖੋ ਵੱਖਰੀ ਪਾਈ ਜਾਂਦੀ ਹੈ, ਤਦੋਂ ਵਿਅਕਤੀ ਜਦੋਂ ਦੂਜੇ ਲੋਕਾਂ ਨਾਲ ਜਿਨ੍ਹਾਂ ਦੀ ਸੰਸਕ੍ਰਿਤੀ ਵੱਖ ਹੈ, ਜਦੋਂ ਉਹਨਾਂ ਨਾਲ ਜਾ ਕੇ ਮਿਲਦਾ ਹੈ, ਰਹਿੰਦਾ ਹੈ, ਤਾਂ ਉਹ ਕੁਝ ਸੰਸਕ੍ਰਿਤਿਕ ਤੱਤਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਹੁਣ ਸੰਸਕ੍ਰਿਤਿਕ ਤੱਤ ਸ਼ਬਦ ਕਾਫੀ ਵਾਰ ਇੱਥੇ ਇਸਤੇਮਾਲ ਕੀਤਾ ਗਿਆ ਹੈ। ਇੱਥੇ ਸੰਸਕ੍ਰਿਤਿਕ ਤੱਤ ਦਾ ਅਰਥ ਇਹ ਹੈ ਕਿ ਕੋਈ ਗਹਿਣੇ ਹੋ ਸਕਦੇ ਹਨ, ਜਿਸ ਨੂੰ ਆਪਾਂ ਟ੍ਰੇਟ ਵੀ ਬੋਲ ਸਕਦੇ ਹਾਂ, ਜਿਸ ਨੂੰ ਸੰਸਕ੍ਰਿਤਿਕ ਵਿਸ਼ੇਸ਼ਕ ਵੀ ਬੋਲ ਸਕਦੇ ਹਾਂ। ਸੋ ਕੋਈ ਗਹਿਣੇ, ਕੱਪੜੇ, ਭਾਂਡੇ, ਔਜ਼ਾਰ, ਮਸ਼ੀਨ, ਮੋਬਾਈਲ, ਗੱਡੀ, ਆਵਾਜਾਈ ਦੇ ਸਾਧਨ ਜਾਂ ਸੰਚਾਰ ਦੇ ਸਾਧਨ, ਸੋ ਕੁਝ ਵੀ ਹੋ ਸਕਦੇ। ਕੋਈ ਵੀ ਇੱਕ ਚੀਜ਼ ਜਿਵੇਂ ਮੋਬਾਈਲ ਹੈ, ਹੁਣ ਉਹ ਇੱਕ ਮੋਬਾਈਲ ਨੂੰ 4 ਜਣੇ ਕਿਵੇਂ ਉਸ ਚੀਜ਼ ਦਾ ਇਸਤੇਮਾਲ ਕਰ ਸਕਣਗੇ, ਸੋ ਉਹ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਇਕਾਈ ਹੋ ਜਾਂਦੀ ਹੈ। ਇਕਾਈ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਇੱਕ ਤਰ੍ਹਾਂ ਦਾ
ਦੀ ਯੂਨਿਟ ਹੈ, ਜੋ ਜਿਸ ਦਾ ਆਕਾਰ ਛੋਟਾ ਹੈ, ਜੋ ਆਪਣੇ ਆਪ ਦੇ ਵਿੱਚ ਹੀ ਸੰਪੂਰਨ ਹੈ ਅਤੇ ਇਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ। ਇਸ ਕਰਕੇ ਇਸ ਨੂੰ ਕਲਚਰਲ ਟ੍ਰੇਟ ਦਾ, ਸੰਸਕ੍ਰਿਤਿਕ ਵਿਸ਼ੇਸ਼ਕ ਦਾ ਨਾਮ ਦੇ ਦਿੱਤਾ ਜਾਂਦਾ ਹੈ। ਸੋ ਇੱਥੇ ਗੱਲ ਹੋ ਰਹੀ ਸੀ ਕਿ ਵੱਖੋ ਵੱਖਰੀ ਸੰਸਕ੍ਰਿਤੀਆਂ ਦੇ ਵਿੱਚ ਵੱਖੋ ਵੱਖਰੀਆਂ ਇਕਾਈਆਂ ਪਾਈਆਂ ਜਾਂਦੀਆਂ ਹਨ। ਹਰ ਇੱਕ ਵਿਅਕਤੀ ਜਦੋਂ ਦੂਸਰੀ ਸੰਸਕ੍ਰਿਤੀ ਦੇ ਵਿਅਕਤੀ ਨਾਲ ਮਿਲਦਾ ਹੈ, ਮੇਲ ਜੋਲ ਰੱਖਦਾ ਹੈ ਜਾਂ ਸਮਾਜਿਕ ਤੌਰ ਦੇ ਉੱਤੇ ਸੰਬੰਧ ਸਥਾਪਿਤ ਕਰਦਾ ਹੈ, ਤਦੋਂ ਉਹ ਆਪਣੇ ਸੰਸਕ੍ਰਿਤਿਕ ਤੱਤ ਕੁਝ ਪਿੱਛੇ ਛੱਡ ਦਿੰਦਾ ਹੈ ਤੇ ਦੂਜੇ ਦੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕਰਦਾ ਹੈ। ਜਿਵੇਂ ਭਾਰਤੀ ਸਮਾਜ ਨੇ ਵਿਦੇਸ਼ੀ ਲੋਕਾਂ ਦੇ ਵਾਂਗ ਪਹਿਰਾਵਾ, ਖਾਣ ਪੀਣ ਜਾਂ ਭਾਸ਼ਾ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ, ਜਿਸ ਨੂੰ ਸੰਸਕ੍ਰਿਤਿਕ ਨਮੂਨਾ ਵੀ ਕਹਿ ਸਕਦੇ। ਇੱਕ ਤਰ੍ਹਾਂ ਦਾ ਪੈਟਰਨ ਹੈ ਜੋ ਵਿਅਕਤੀ ਦੇ ਵਿਵਹਾਰ ਤੇ ਉਹਦੇ ਕੰਮ ਕਰਨ ਦੇ ਢੰਗ ਤੇ ਪ੍ਰਭਾਵਿਤ ਹੋਇਆ ਹੈ ਜਾਂ ਉਸਦੇ ਉੱਤੇ ਪ੍ਰਭਾਵ ਪਿਆ। ਸੋ ਜਦੋਂ ਇੱਕ ਵਿਅਕਤੀ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਪਣਾਇਆ ਤਾਂ ਕਿਤੇ ਨਾ ਕਿਤੇ ਸੰਸਕ੍ਰਿਤੀ ਦਾ ਆਦਾਨ ਪ੍ਰਦਾਨ ਹੋਣਾ ਸ਼ੁਰੂ ਹੋਇਆ ਤੇ ਇਹ ਇੱਕ ਬੜੀ ਸਕਾਰਾਤਮਕ ਢੰਗ ਦਾ ਇੱਕ ਵਿਸ਼ਾ ਹੈ, ਇੱਕ ਪੋਜ਼ਿਟਿਵ ਚੀਜ਼ ਹੈ, ਜਿਸ ਦੇ ਵਿੱਚ ਕੀ ਹੈ ਕਿ ਦੋ ਸੰਸਕ੍ਰਿਤੀਆਂ ਦੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਸੰਘਰਸ਼ ਦੀ ਭਾਵਨਾ ਨਾ ਹੋ ਕੇ ਅਸੀਂ ਦੀ ਭਾਵਨਾ ਪਾਈ ਜਾਂਦੀ ਹੈ ਜਾਂ ਫਿਰ ਭਾਈਚਾਰੇ ਦੀ ਭਾਵਨਾ ਪਾਈ ਜਾਏਗੀ, ਜਿਸ ਨੂੰ ਇਕਜੁੱਟਤਾ ਦਾ ਨਾਮ ਵੀ ਦਿੱਤਾ ਜਾਏਗਾ। ਸੋ ਕਈ ਜਗ੍ਹਾ ਦੇ ਉੱਤੇ ਸੰਘਰਸ਼ ਵੀ ਪਾਏ ਜਾਂਦੇ ਹਨ, ਜਿਸ ਦੇ ਨਾਲ ਕੀ ਹੈ ਵੱਖੋ ਵੱਖਰੇ ਸੰਸਕ੍ਰਿਤਿਕ ਤੱਤ ਜਾਂ ਵੱਖੋ ਵੱਖਰੇ ਸਮੂਹ ਜਾਂ ਫਿਰ ਕੰਪਲੈਕਸ ਹੁੰਦੇ ਹਨ, ਜਿਸ ਦੇ ਵਿੱਚ ਕੀ ਹੈ ਵਿਅਕਤੀਆਂ ਦੇ ਵਿੱਚ ਆਪਸੀ ਲੜਾਈ ਝਗੜਾ ਹੁੰਦਾ ਹੈ ਅਤੇ ਉਹਨਾਂ ਦੇ ਵਿੱਚ ਸੰਸਕ੍ਰਿਤਿਕ ਕਲੇਸ਼ ਜਾਂ ਸੰਸਕ੍ਰਿਤਿਕ ਭੇਦਭਾਵ ਪਾਏ ਜਾਂਦੇ ਹਨ। ਸੋ ਇਹ ਚੀਜ਼ ਬੜੀ ਸੁਭਾਵਿਕ ਹੈ ਕਿ ਜਿੱਥੇ ਏਕਤਾ ਪਾਈ ਜਾਏਗੀ ਸਮਾਜ ਦੇ ਵਿੱਚ, ਉੱਥੇ ਕਿਤੇ ਨਾ ਕਿਤੇ ਸੰਘਰਸ਼ ਦੀ ਸਥਿਤੀ, ਸੰਘਰਸ਼ ਦੀ ਜੋ ਭਾਵਨਾ ਹੈ ਉਹ ਵੀ ਲੋਕਾਂ ਦੇ ਵਿਚਕਾਰ ਪਾਈ ਜਾਏਗੀ। ਦੋਨੋਂ ਹੀ ਚੀਜ਼ਾਂ ਨਾਲ ਨਾਲ ਸਮਾਜ ਦੇ ਵਿੱਚ, ਸੰਸਕ੍ਰਿਤੀ ਦੇ ਵਿੱਚ, ਸੁਸਾਇਟੀ ਦੇ ਵਿੱਚ ਚੱਲਦੀਆਂ ਰਹਿੰਦੀਆਂ। ਕਿ ਜੇ ਸੰਘਰਸ਼ ਨਹੀਂ ਹੋਏਗਾ ਤਾਂ ਇੱਕ ਵਿਅਕਤੀ ਤਰੱਕੀ ਨਹੀਂ ਕਰੇਗਾ, ਤਾਂ ਇੱਕ ਵਿਅਕਤੀ ਦੂਸਰੇ ਤੋਂ ਅੱਗੇ ਨਹੀਂ ਨਿਕਲੇਗਾ, ਤਾਂ ਕੰਪੀਟੀਸ਼ਨ ਦੀ ਫੀਲਿੰਗ, ਪ੍ਰਤੀਯੋਗਿਤਾ ਦੀ ਭਾਵਨਾ ਦੇਖਣ ਨੂੰ ਨਹੀਂ ਮਿਲੇਗੀ। ਜੇ ਅੱਜ ਸਮਾਜ ਦੇ ਵਿੱਚ ਲੋਕ ਸੰਸਕ੍ਰਿਤੀ ਦੇ ਵਿੱਚ ਰਹਿ ਰਹੇ ਹਨ ਤਾਂ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਹੀ ਇੱਕ ਮਨੁੱਖ ਕੀ ਹੈ ਆਦਰਸ਼ਾਤਮਕ ਬਣਿਆ ਹੈ। ਉਹ ਆਦਰਸ਼ਾਂ ਨੂੰ ਗ੍ਰਹਿਣ ਕਰਦਾ ਹੈ, ਭਾਵੇਂ ਉਹ ਕੁਝ ਕਦਰਾਂ ਕੀਮਤਾਂ ਹੋਣ ਜਾਂ ਹਰ ਇੱਕ ਤਰ੍ਹਾਂ ਦਾ ਵਿਵਹਾਰ ਕਿਉਂ ਨਾ ਹੋਵੇ, ਕਿਉਂਕਿ ਦੋ ਵਿਅਕਤੀ ਜਿਨ੍ਹਾਂ ਦੀ ਵੱਖ-ਵੱਖ ਸ਼ਖਸੀਅਤ ਹੈ, ਉਹਨਾਂ ਦਾ ਵਿਵਹਾਰ ਵੀ ਵੱਖੋ ਵੱਖਰਾ ਹੋਵੇਗਾ ਅਤੇ ਇਹਨਾਂ ਆਦਰਸ਼ਾਂ ਨੂੰ ਹਰ ਕਿਸੇ ਦੁਆਰਾ ਮਹਿਸੂਸ ਕੀਤਾ ਜਾ ਸਕਦਾ ਹੈ। ਇਸੇ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਹਰ ਕੋਈ ਆਦਰਸ਼ਾਂ ਨੂੰ ਮਹਿਸੂਸ ਕਰਦਾ ਹੈ। ਤਾਂ ਜਦੋਂ ਉਹ ਚੀਜ਼ਾਂ ਨੂੰ ਮਹਿਸੂਸ ਕਰਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿੱਤਾ ਜਾਂਦਾ ਹੈ, ਉਸਨੂੰ ਸੰਸਕ੍ਰਿਤੀ ਦੇ ਮਾਪਦੰਡ ਜਾਂ ਪੱਖਾਂ ਜਾਂ ਪੱਖ, ਸੰਸਕ੍ਰਿਤੀ ਦੇ ਪੱਖ ਦੇ ਅਧੀਨ ਲਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਆਦਰਸ਼ ਵੀ ਸੰਸਕ੍ਰਿਤੀ ਦਾ ਹੀ ਹਿੱਸਾ ਬਣ ਜਾਂਦੇ ਹਨ। ਇਸ ਤੋਂ ਇਲਾਵਾ ਸੰਸਕ੍ਰਿਤੀ ਕੀ ਹੈ, ਇਟ ਗੋਜ਼ ਵਿਦ ਐਕਸ਼ਨਸ, ਜਾਂ ਆਮ ਸ਼ਬਦਾਂ ਦੇ ਵਿੱਚ ਸੰਸਕ੍ਰਿਤੀ ਕਿਰਿਆ ਦੁਆਰਾ ਹੀ ਅੱਗੇ ਵੱਧਦੀ ਹੈ। ਸਮਾਜ ਦੇ ਵਿੱਚ ਜਦੋਂ ਲੋਕ ਵਿਚਰਦੇ ਹਨ ਤਦੋਂ ਉਹ ਸਮਾਜ ਦਾ ਹਿੱਸਾ ਬਣ ਜਾਂਦੇ ਹਨ। ਤਾਂ ਸਮਾਜ ਦੇ ਵਿੱਚ ਕੀ ਹੈ, ਜਿਵੇਂ ਕੋਇਨਿੰਗ ਇੱਕ ਸਮਾਜ ਵਿਗਿਆਨੀ ਹੋਏ ਹਨ, ਸੋ ਉਹਨਾਂ ਦੀ ਪਰਿਭਾਸ਼ਾ ਦੇ ਅਨੁਸਾਰ ਸੰਸਕ੍ਰਿਤੀ ਮਨੁੱਖਾਂ ਦੇ ਯਤਨਾਂ ਦਾ ਜੋੜ ਹੁੰਦਾ ਹੈ। ਉਹ ਜੋ ਮਨੁੱਖ ਜਦੋਂ ਯਤਨ ਕਰਦਾ ਹੈ, ਜਦੋਂ ਮਿਹਨਤ ਕਰਦਾ ਹੈ, ਤਰੱਕੀ ਕਰਦਾ ਹੈ, ਸੋ ਉਹਨਾਂ ਯਤਨਾਂ ਦਾ ਜੋੜ ਹੁੰਦਾ ਹੈ, ਜਿਸ ਦੇ ਦੁਆਰਾ ਉਹ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲੈਂਦਾ ਹੈ। ਸੋ ਜਦੋਂ ਇੱਕ ਮਨੁੱਖ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲਦਾ ਹੈ, ਤਦੋਂ ਉਹ ਸੁਭਾਅ ਵੀ ਉਸੇ ਢੰਗ ਨਾਲ ਕਰਦਾ ਹੈ ਜੋ ਇੱਕ ਨਮੂਨੇ ਵਜੋਂ ਅੱਗੇ ਆਉਂਦਾ ਹੈ ਅਤੇ ਆਪਣੇ ਰਹਿਣ ਸਹਿਣ ਨੂੰ ਵਧੇਰੇ ਠੀਕ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸੇ ਢੰਗ ਦੇ ਨਾਲ ਹੀ ਇੱਕ ਹੋਰ ਸਮਾਜ ਵਿਗਿਆਨੀ ਹੋਏ ਹਨ ਕੂਨ। ਸੋ ਕੂਨ ਦੇ ਅਨੁਸਾਰ ਜਦੋਂ ਕੂਨ ਨੇ ਸੰਸਕ੍ਰਿਤੀ ਦਾ ਅਧਿਐਨ ਕੀਤਾ, ਤਦੋਂ ਉਹਨਾਂ ਨੇ ਇਹ ਚੀਜ਼ ਦੇਖੀ ਕਿ ਸੰਸਕ੍ਰਿਤੀ ਉਹਨਾਂ ਵਿਧੀਆਂ ਦਾ ਵੀ ਯੋਗ ਹੈ। ਸੋ ਇੱਕ ਤਰ੍ਹਾਂ ਦੀ ਵਿਧੀ ਹੈ, ਇੱਕ ਤਰ੍ਹਾਂ ਦਾ ਪ੍ਰੋਸੈਸ ਹੈ, ਜਿਸ ਦਾ ਇੱਕ ਮਨੁੱਖ ਜਾਂ ਇੱਕ ਵਿਅਕਤੀ ਹਿੱਸਾ ਬਣਦਾ ਹੈ। ਸੋ ਉਹਨਾਂ ਵਿਧੀਆਂ ਦਾ ਯੋਗ ਹੈ ਜਿਨ੍ਹਾਂ ਵਿੱਚ ਮਨੁੱਖ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਿੱਖਣ ਦੇ ਕਾਰਨ ਰਹਿੰਦਾ ਹੈ, ਕਿਉਂਕਿ
ਇਹ ਜੋ ਚੀਜ਼ਾਂ ਸਿੱਖੀਆਂ ਜਾਂਦੀਆਂ ਹਨ, ਉਦਾਹਰਨ ਦੇ ਤੌਰ ਤੇ ਕਿ ਕੋਈ ਤਿਉਹਾਰ ਕਿਸ ਢੰਗ ਨਾਲ ਮਨਾਉਣਾ ਹੈ, ਜਾਂ ਫਿਰ ਕਿਸੇ ਬੱਚੇ ਦੇ ਜਨਮ ਸਮੇਂ, ਕਿਸੇ ਮਨੁੱਖ ਦੇ ਵਿਆਹ ਸਮੇਂ ਜਾਂ ਉਸਦੀ ਮ੍ਰਿਤਿੂ ਸਮੇਂ ਜਿਸ ਤਰ੍ਹਾਂ ਦੇ ਵੀ ਸੰਸਕਾਰ, ਜਿਸ ਤਰ੍ਹਾਂ ਦੇ ਦੀਆਂ ਪਰੰਪਰਾਵਾਂ ਜਾਂ ਜਿਸ ਤਰ੍ਹਾਂ ਦਾ ਵੀ ਰੀਤੀ ਰਿਵਾਜ ਪਾਏ ਜਾਂਦੇ ਹਨ, ਉਹ ਵਿਸ਼ਵਾਸ ਹੁੰਦੇ ਹਨ, ਉਹ ਸਾਰੀਆਂ ਚੀਜ਼ਾਂ ਨੂੰ ਕਿਸ ਢੰਗ ਨਾਲ ਨਿਭਾਉਣਾ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੀ ਸੰਸਕ੍ਰਿਤੀ ਦਾ ਹਿੱਸਾ ਬਣ ਜਾਂਦੀਆਂ ਹਨ। ਇਸ ਤੋਂ ਇਲਾਵਾ ਇੱਕ ਹੋਰ ਸਮਾਜ ਵਿਗਿਆਨੀ ਦੀ ਜੇ ਇੱਥੇ ਮੈਂ ਗੱਲ ਕਰਾਂ, ਕਿਉਂਕਿ ਜੋ ਡਾਇਮੈਂਸ਼ਨਸ ਹੈ ਕਲਚਰ ਦੀਆਂ ਜਾਂ ਜੋ ਸੰਸਕ੍ਰਿਤੀ ਦੇ ਜਿਹੜੇ ਪੱਖ ਹਨ, ਇਹ ਸਾਰੇ ਹੀ ਸੰਸਕ੍ਰਿਤੀ ਦਾ ਹਿੱਸਾ ਬਣ ਜਾਂਦੇ ਹਨ ਜਦੋਂ ਕੋਈ ਛੋਟੀ ਚੀਜ਼ ਉਤਪੰਨ ਹੁੰਦੀ ਹੈ, ਕਿਉਂਕਿ ਇੱਕ ਵਿਅਕਤੀ ਦਾ ਵਿਵਹਾਰ ਜਾਂ ਉਸਦੇ ਹੱਥ ਵਿੱਚ ਪਾਇਆ ਹੋਇਆ ਕੜਾ ਜਾਂ ਕੋਈ ਚੂੜੀ, ਉਹ ਸਭ ਕੁਝ ਹੀ ਸੰਸਕ੍ਰਿਤੀ ਦੇ ਵਿੱਚ ਆ ਜਾਂਦਾ ਹੈ। ਸੋ ਗ੍ਰੀਨ ਦੇ ਅਨੁਸਾਰ, ਗ੍ਰੀਨ ਇੱਕ ਸਮਾਜ ਵਿਗਿਆਨੀ ਹੋਏ ਹਨ, ਉਹਨਾਂ ਦੇ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਅਤੇ ਉਹਨਾਂ ਆਦਰਸ਼ਾਂ ਦੀ ਦਾ ਇੱਕ ਵਖਰੇਵਾਂਪਨ ਹੈ ਜਾਂ ਫਿਰ ਇੱਕ ਸਮੂਹ ਹੈ। ਅਤੇ ਇਹ ਜੋ ਗਿਆਨ ਅਤੇ ਵਿਵਹਾਰ ਦੇ ਨਾਲ ਕੀ ਹੈ, ਇਹ ਚੀਜ਼ਾਂ ਪੈਦਾ ਹੁੰਦੀਆਂ ਹਨ। ਸਾਧਨਾਂ ਦੀ ਵਿਵਸਥਾ ਨੂੰ ਕਿਹਾ ਜਾਂਦਾ ਹੈ, ਸੰਸਕ੍ਰਿਤੀ ਸਾਧਨਾਂ ਦੀ ਵਿਵਸਥਾ ਨੂੰ ਵੀ ਕਿਹਾ ਜਾਂਦਾ ਹੈ, ਜੋ ਸਮਾਜਿਕ ਰੂਪ ਦੇ ਨਾਲ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਦਿੱਤੀ ਜਾਂਦੀ ਹੈ। ਇਹ ਚੀਜ਼ ਤਿੰਨ ਚਾਰ ਚੀਜ਼ਾਂ ਹਨ ਜੋ ਸੰਸਕ੍ਰਿਤੀ ਵਿਸ਼ੇ ਦੇ ਵਿੱਚ ਬਹੁਤ ਧਿਆਨ ਰੱਖਣ ਯੋਗ ਹਨ। ਸਭ ਤੋਂ ਪਹਿਲਾਂ ਤਾਂ ਸੰਸਕ੍ਰਿਤੀ ਇੱਕ ਸਿੱਖਿਆ ਹੋਇਆ ਵਿਵਹਾਰ ਹੈ। ਦੂਸਰੇ ਨੰਬਰ ਤੇ ਸੰਸਕ੍ਰਿਤੀ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੀ ਰਹਿੰਦੀ ਹੈ। ਤੀਸਰਾ, ਇੱਕ ਮਨੁੱਖ ਆਪ ਮਰ ਜਾਂਦਾ ਹੈ ਲੇਕਿਨ ਸੰਸਕ੍ਰਿਤੀ ਕਦੇ ਵੀ ਨਹੀਂ ਮਰਦੀ। ਤੀਸਰਾ, ਚੌਥਾ, ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਨੂੰ ਜਾਨਵਰ ਤੋਂ ਵੱਖ ਕਰਦੀ ਹੈ, ਅਤੇ ਜੇ ਇੱਕ ਮਨੁੱਖ ਤੋਂ ਉਸਦੀ ਸੰਸਕ੍ਰਿਤੀ ਖੋਹ ਲਿੱਤੀ ਜਾਏਗੀ ਤਦ ਉਹ ਇੱਕ ਜਾਨਵਰ ਦੇ ਵਾਂਗ ਹੀ ਵਿਵਹਾਰ ਕਰੇਗਾ। ਅਤੇ ਪੰਜਵੀਂ ਮੁੱਖ ਗੱਲ ਕੀ ਹੈ ਕਿ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਇੱਕ ਮਨੁੱਖ ਕਾਫੀ ਕੁਝ ਸਿੱਖਦਾ ਹੈ। ਹੁਣ ਇੱਕ ਇੱਥੇ ਉਦਾਹਰਨ ਹੋਰ ਦੇਣਾ ਬਣਦਾ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜੋ ਇੱਕ ਮਨੁੱਖ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ। ਉਹ ਸਮਾਜਿਕ ਕਿਵੇਂ ਬਣਿਆ? ਇੱਕ ਐਕਸਪੈਰੀਮੈਂਟ ਕੀਤਾ ਗਿਆ, ਰਿਸਰਚ ਕੀਤੀ ਗਈ, ਜਿਸ ਦੇ ਵਿੱਚ ਇੱਕ ਜਦੋਂ ਐਕਸਪੈਰੀਮੈਂਟ ਕੀਤਾ ਗਿਆ ਤਾਂ ਇੱਕ ਕੀ ਹੈ, ਬੱਚੇ ਨੂੰ ਚਾਰ ਦੀਵਾਰੀ ਦੇ ਅੰਦਰ ਹੀ ਰੱਖਿਆ ਗਿਆ, ਸਿਰਫ ਉਸਨੂੰ ਖਾਣਾ ਉੱਥੇ ਹੀ ਦੇ ਦਿੱਤਾ ਜਾਂਦਾ ਸੀ ਤੇ ਕਿਸੇ ਵੀ ਵਿਅਕਤੀ ਨਾਲ ਉਹ ਸੰਪਰਕ ਨਹੀਂ ਸੀ ਕਰਦਾ। ਤੇ ਜਦੋਂ ਇਹ ਸਾਰੀਆਂ ਉਸਨੂੰ ਜਦੋਂ ਆਬਜ਼ਰਵ ਕੀਤਾ ਗਿਆ, ਜਦੋਂ ਉਸਨੂੰ ਛੋਟੇ ਬੱਚੇ ਨੂੰ 6 ਮਹੀਨੇ ਜਾਂ ਸਾਲ ਉਸ ਬੰਦ ਕਮਰੇ ਦੇ ਅੰਦਰ ਰੱਖਿਆ ਗਿਆ, ਤੇ ਜਦੋਂ ਉਸ ਕਮਰੇ ਚੋਂ ਬਾਹਰ ਨਿਕਾਲਿਆ ਗਿਆ ਤਾਂ ਇਹ ਦੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦਾ ਸੀ ਤੇ ਨਾ ਹੀ ਉਹ ਦੂਜੇ ਵਿਅਕਤੀਆਂ ਨਾਲ ਗੱਲਬਾਤ ਸਹੀ ਢੰਗ ਨਾਲ ਕਰਦਾ ਸੀ, ਬਲਕਿ ਉਹ ਇੱਕ ਦੂਸਰੇ ਮਨੁੱਖ ਤੋਂ ਡਰਦਾ ਸੀ। ਸੋ ਜੋ ਵਾਤਾਵਰਣ ਹੁੰਦਾ ਹੈ, ਇੱਕ ਮਨੁੱਖ ਦਾ ਜੋ ਵਾਤਾਵਰਣ ਹੁੰਦਾ ਹੈ, ਉਹ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ ਇੱਕ ਮਨੁੱਖ ਨੂੰ ਸਮਾਜਿਕ ਹੋਣ ਦੇ ਵਿੱਚ। ਇਹ ਸਮਾਜਿਕ ਜਦੋਂ ਹੋਏਗਾ ਮਨੁੱਖ, ਤਾਂ ਦੋਸਤੋ ਇਹ ਪਤਾ ਲੱਗੇਗਾ ਕਿ ਕਿਸ ਢੰਗ ਨਾਲ ਉਹ ਵਿਅਕਤੀ ਸਮਾਜ ਦੇ ਵਿੱਚ ਵਿਚਰਦਾ ਹੈ ਜਾਂ ਦੂਸਰੇ ਵਿਅਕਤੀਆਂ ਦੀ ਸਹਾਇਤਾ ਦੇ ਨਾਲ ਕਿਵੇਂ ਉਹ ਇੱਕ ਸਮਾਜਿਕ ਪ੍ਰਾਣੀ ਬਣਦਾ ਹੈ। ਤੇ ਜਦੋਂ ਉਹ ਸਮਾਜਿਕ ਪ੍ਰਾਣੀ ਬਣਨਾ ਸ਼ੁਰੂ ਹੋ ਜਾਂਦਾ ਹੈ ਤਦ ਕੀ ਹੈ, ਉਹ ਸਮਾਜ ਦੇ ਵਿੱਚ ਦੂਸਰੇ ਲੋਕਾਂ ਨਾਲ ਗੱਲਬਾਤ ਕਰਦਾ ਹੈ, ਅੰਤਰ ਕਿਰਿਆਵਾਂ ਕਰਦਾ ਹੈ, ਵੱਖੋ ਵੱਖਰੀਆਂ ਵਿਧੀਆਂ ਦਾ ਵੀ ਹਿੱਸਾ ਬਣਦਾ ਹੈ, ਅਤੇ ਉਹ ਇਸ ਪ੍ਰਕਿਰਿਆ ਦਾ ਕਿਸ ਢੰਗ ਦੇ ਨਾਲ ਹਿੱਸਾ ਬਣ ਕੇ ਸੰਸਕ੍ਰਿਤੀ ਦੇ ਅਧੀਨ ਰਹਿ ਕੇ ਕੰਮ ਕਰਦਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਹੁਣ ਇਹ ਸੰਸਕ੍ਰਿਤੀ ਦੇ ਪੱਖਾਂ ਦੀ ਹੀ ਗੱਲ ਕੀਤੀ ਸੀ, ਡਾਇਮੈਂਸ਼ਨਸ ਦੀ ਗੱਲ ਕੀਤੀ ਸੀ, ਜਿਸ ਦੇ ਵਿੱਚ ਕੋਈ ਵੀ ਇੱਕ ਛੋਟੀ ਚੀਜ਼ ਹੈ, ਛੋਟੀ ਇਕਾਈ ਹੈ ਜਿਸ ਦਾ ਆਕਾਰ ਹੀ ਬਹੁਤ ਛੋਟਾ ਹੈ। ਉਦਾਹਰਨ ਦੇ ਤੌਰ ਤੇ ਇੱਕ ਪੈਨਸਿਲ ਹੀ ਲੈ ਲਓ ਜਿਸ ਨੂੰ ਅੱਗੇ ਨਹੀਂ ਵੰਡਿਆ ਜਾ ਸਕਦਾ। ਸੋ ਉਹ ਪੈਨਸਿਲ ਜਾਂ ਉਹ ਇੱਕ ਬੱਲੇਬਾਜ਼ ਦਾ ਇੱਕ ਹੱਥ ਦਾ ਦਸਤਾਨਾ ਹੀ ਕਿਉਂ ਨਾ ਹੋਵੇ, ਸੋ ਉਹ ਸਾਰੀਆਂ ਚੀਜ਼ਾਂ ਸੰਸਕ੍ਰਿਤਿਕ ਵਿਸ਼ੇਸ਼ਕ ਹੋਣਗੀਆਂ ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ, ਜੋ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਇਕਾਈ ਹੈ ਅਤੇ ਜਿਸ ਦਾ ਆਕਾਰ ਛੋਟਾ ਹੋਏਗਾ। ਇਸ ਤੋਂ ਬਾਅਦ ਸੰਸਕ੍ਰਿਤਿਕ ਸਮੂਹ ਦੀ ਗੱਲ ਕੀਤੀ ਸੀ ਜਿਸ ਨੂੰ ਕੰਪਲੈਕਸ ਨਾਮ ਦਿੱਤਾ ਜਾਂਦਾ ਹੈ। ਸੋ ਕੰਪਲੈਕਸ ਦੇ ਵਿੱਚ ਉਹ ਛੋਟੀਆਂ ਛੋਟੀਆਂ ਇਕਾਈਆਂ ਇਕੱਠੀਆਂ ਹੋ ਕੇ ਇੱਕ ਸਮੂਹ ਦਾ ਨਿਰਮਾਣ ਕਰਨਗੀਆਂ। ਸੋ ਕਾਰਜਾਤਮਕ ਸੰਬੰਧਾਂ ਕਾਰਨ ਜੋ ਇਹ ਛੋਟੇ ਛੋਟੇ ਟ੍ਰੇਡਸ ਹੋਣਗੇ ਜਾਂ ਜੋ ਇਕਾਈਆਂ ਹੋਣਗੀਆਂ, ਇਹ ਇਕੱਠੀਆਂ ਹੋਣਗੀਆਂ ਅਤੇ ਇੱਕ ਸਮੂਹ ਦਾ ਨਿਰਮਾਣ ਕਰਨਗੀਆਂ। ਜਦੋਂ ਇੱਕ ਸਮੂਹ ਦਾ ਨਿਰਮਾਣ ਹੋ ਜਾਏਗਾ ਤਾਂ ਉਹ ਸਮੂਹ ਦੇ ਵਿੱਚ ਜਦੋਂ ਛੋਟੇ ਛੋਟੇ ਤੱਤ ਸ਼ਾਮਿਲ ਹੋਣਗੇ ਜਾਂ ਛੋਟੇ ਛੋਟੇ ਵਿਸ਼ੇਸ਼ਕ ਸ਼ਾਮਿਲ ਹੋਣਗੇ, ਤਦੋਂ ਉਹ ਇੱਕ ਸੰਸਕ੍ਰਿਤਿਕ ਨਮੂਨਾ ਬਣਾਉਣਗੇ।
ਤਦੋਂ ਉਹ ਇੱਕ ਸੰਸਕ੍ਰਿਤਿਕ ਨਮੂਨਾ ਬਣਾਉਣ ਦੇ ਨਾਲ-ਨਾਲ ਵਿਅਕਤੀ ਦੇ ਜਾਂ ਲੋਕਾਂ ਦੇ ਜੀਵਨ ਦਾ ਹਿੱਸਾ ਬਣਨਗੇ, ਜਿਸ ਦੇ ਨਾਲ ਵਿਅਕਤੀ ਦਾ ਵਿਵਹਾਰ ਪ੍ਰਭਾਵਿਤ ਹੋਏਗਾ ਜਾਂ ਵਿਅਕਤੀ ਉਸ ਪੈਟਰਨ ਦੇ ਅਨੁਸਾਰ, ਉਸ ਨਮੂਨੇ ਦੇ ਅਨੁਸਾਰ ਸਮਾਜ ਦੇ ਵਿੱਚ ਰਹਿ ਕੇ ਕੰਮ ਕਰੇਗਾ। ਸੋ ਇਸ ਢੰਗ ਨਾਲ ਇਸ ਵਿਸ਼ੇ ਦੇ ਵਿੱਚ ਆਪਾਂ ਇਹ ਦੇਖਿਆ ਹੈ ਕਿ ਕਿਸ ਢੰਗ ਨਾਲ ਸੰਸਕ੍ਰਿਤੀ ਸਮਾਜ ਦਾ ਹਿੱਸਾ ਹੈ ਜਾਂ ਸੰਸਕ੍ਰਿਤੀ ਨੂੰ ਇੱਕ ਮਨੁੱਖ ਤੋਂ ਦੂਰ ਨਹੀਂ ਕੀਤਾ ਜਾ ਸਕਦਾ, ਉਹ ਮਨੁੱਖ ਦੇ ਨਾਲ ਹੀ ਜਾਂ ਇੱਕ ਵਿਅਕਤੀ ਨਾਲ ਹੀ ਜੁੜੀ ਹੋਈ ਚੀਜ਼ ਹੈ, ਤੇ ਕਿਵੇਂ ਵੱਖੋ ਵੱਖਰੀਆਂ ਚੀਜ਼ਾਂ ਭਾਵੇਂ ਉਹ ਭੌਤਿਕ ਹੋਣ ਜਾਂ ਅਭੌਤਿਕ ਹੋਣ, ਜਿਸ ਨੂੰ ਮਟੀਰੀਅਲ ਅਤੇ ਨਾਨ ਮਟੀਰੀਅਲ ਕਿਹਾ ਜਾਂਦਾ ਹੈ, ਸੋ ਇਹ ਸਾਰੀਆਂ ਚੀਜ਼ਾਂ ਹੀ ਕਿਵੇਂ ਸੰਸਕ੍ਰਿਤੀ ਦਾ ਹਿੱਸਾ ਬਣਦੀਆਂ ਹਨ, ਸਮਾਜ ਦਾ ਹਿੱਸਾ ਬਣਦੀਆਂ ਹਨ, ਅਤੇ ਸਮਾਜ ਦੇ ਵਿੱਚ ਇੱਕ ਮਨੁੱਖ ਜਾਂ ਇੱਕ ਵਿਅਕਤੀ ਕਿਸ ਢੰਗ ਦੇ ਨਾਲ ਇਹ ਸਾਰੇ ਪੱਖਾਂ ਨਾਲ, ਸਾਰੇ ਡਾਇਮੈਂਸ਼ਨਸ ਦੇ ਨਾਲ ਸਮਾਜ ਦੇ ਵਿੱਚ ਰਹਿ ਕੇ ਵਿਚਰਦਾ ਹੈ। ਸੋ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।